ਹੀਰਾ ਜੱਗ ਤੇਰਾ ਹੁੰਦੀ ਪਹਿਚਾਨ ਬੰਦਾ ਪੱਗ ਨਾਲ ਸਿੱਖ ਸਰਦਾਰ ਲੱਗਦਾ। ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪ੍ਰੋਗਰਾਮ ਹੀਰੇ ਕੌਮ ਦੇ ਜਿਹੜਾ ਅਸੀਂ ਸ਼ੁਰੂ ਕੀਤਾ ਸੀਗਾ, ਉਸ ਪ੍ਰੋਗਰਾਮ ਨੂੰ ਤੁਸੀਂ ਬੇਅੰਤ ਪਿਆਰ ਦਿੱਤਾ। ਪ੍ਰੋਗਰਾਮ ਦੇ ਵਿੱਚ ਅਸੀਂ ਕੌਮ ਦੇ ਹੀਰਿਆਂ ਨੂੰ, ਜਿਨ੍ਹਾਂ ਦੀ ਇਸ ਲਾਈਨ ਦੇ ਵਿੱਚ ਵੱਡੀ ਦੇਣ ਆ, ਉਹਨਾਂ ਸ਼ਖਸੀਅਤਾਂ ਨੂੰ ਅਸੀਂ ਟਾਈਮ ਤੋਂ ਟਾਈਮ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ। ਸੋ ਅੱਜ ਅਸੀਂ ਵਡਭਾਗੀ ਹਾਂ ਕਿ ਅਸੀਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਹਾਂ, ਇਤਿਹਾਸਕ ਨਗਰ ਭਾਈ ਰੂਪਾ ਵਿੱਚ। ਭਾਈ ਰੂਪਾ ਨਗਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ ਔਰ ਇੱਥੇ ਉਹਨਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਯਾਦਗਾਰਾਂ ਵੀ ਨੇ। ਇਸ ਪਿੰਡ ਦੇ ਨਾਲ ਸੰਬੰਧਿਤ ਇੱਕ ਢਾਡੀ ਜਥਾ ਬਹੁਤ ਹੀ ਵਰਲਡ ਲੈਵਲ ਦੇ ਉੱਤੇ ਮਸ਼ਹੂਰ ਹੈ, ਜਿਨ੍ਹਾਂ ਨੇ ਬਹੁਤ ਹੀ ਸਿੱਖਿਆਦਾਇਕ ਕਵਿਤਾਵਾਂ ਔਰ ਨੌਜਵਾਨੀ ਨੂੰ ਸਿੱਖ ਕੌਮ ਦੇ ਨਾਲ, ਸਿੱਖ ਵਿਰਾਸਤ ਦੇ ਨਾਲ ਜੋੜਨ ਵਾਸਤੇ ਬਹੁਤ ਹੀ ਅਣਮੁੱਲੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਸੰਗਤਾਂ ਦੇ ਰੂਬਰੂ ਕੀਤੀਆਂ ਨੇ ਔਰ ਸੰਗਤਾਂ ਨੇ ਉਹਨਾਂ ਨੂੰ ਬੇਹੱਦ ਪਿਆਰ ਦਿੱਤਾ ਹੈ। ਸੋ ਮੈਂ ਤੁਹਾਨੂੰ ਭਾਈ ਰੂਪਾ ਦੇ ਹੀ ਰਹਿਣ ਵਾਲੇ, ਇਸੇ ਨਗਰ ਦੇ ਰਹਿਣ ਵਾਲੇ ਢਾਡੀ ਜਥੇ ਦੇ ਨਾਲ ਮਿਲਵਾਉਣ ਲੱਗਾ। ਅੱਜ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਇਸ ਭਾਈ ਰੂਪਾ ਨਗਰ ਦੇ ਵਿੱਚ ਹੈ, ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਸਾਨੂੰ ਉਸ ਜਥੇ ਦੇ ਦਰਸ਼ਨ ਹੋਏ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਉਸ ਜਥੇ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਔਰ ਤੁਹਾਡੇ ਰੂਬਰੂ ਹੋਣ ਵਾਸਤੇ ਆਪਣਾ ਥੋੜਾ ਜਿਹਾ ਟਾਈਮ ਜਿਹੜਾ ਸਾਨੂੰ ਦਿੱਤਾ ਹੈ ਤੇ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਉਸ ਜਥੇ ਦੇ ਨਾਲ। ਤੇ ਸਾਡੇ ਨਾਲ ਨੇ ਇਸ ਜਥੇ ਦੇ ਜਥੇਦਾਰ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਬਗੀਚਾ ਸਾਹਿਬ। ਆਓ ਉਹਨਾਂ ਦਾ ਸਵਾਗਤ ਕਰਦੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਹੀਰੇ ਕੌਮ ਦੇ। ਅੱਜ ਸਾਡੇ ਨਗਰ ਭਾਈ ਰੂਪਾ ਪਹੁੰਚੀ ਹੈ। ਅਸੀਂ ਸਮੁੱਚੇ ਆਪਣੇ ਜਥੇ ਔਰ ਨਗਰ ਦੀ ਸੰਗਤ ਵੱਲੋਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਔਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਕੌਮ ਦੀ ਵੱਡੀ ਸੇਵਾ ਕਰ ਰਹੇ ਹੋ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਅੱਛਾ ਜਥੇਦਾਰ ਜੀ, ਭਾਈ ਬਲਜਿੰਦਰ ਸਿੰਘ ਜੀ ਬਗੀਚਾ, ਤੁਸੀਂ ਇਸ ਨਗਰ ਭਾਈ ਰੂਪਾ ਨੂੰ ਹੀ ਬਿਲੋਂਗ ਕਰਦੇ ਹੋ? ਤੁਹਾਡਾ ਜਨਮ ਇੱਥੋਂ ਦਾ ਹੀ ਹੈ? ਹਾਂਜੀ। ਅੱਛਾ ਜੀ। ਮੇਰਾ ਨਗਰ ਇਹ ਭਾਈ ਰੂਪਾ ਨਗਰ ਜੀ। ਅਸੀਂ ਇਸ ਨਗਰ ਦੇ ਵਿੱਚ ਜੋ 7ਵੀਂ ਪੀੜ੍ਹੀ ਸਾਡੀ ਜਿਹੜੀ ਢਾਡੀ ਲਾਈਨ ਦੇ ਨਾਲ ਔਰ ਕੀਰਤਨ ਦੀ ਲਾਈਨ ਦੇ ਨਾਲ ਹੋਈ। ਧੰਨ ਬਾਬਾ ਭਾਈ ਰੂਪ ਚੰਦ ਜੀ, ਜਿਨ੍ਹਾਂ ਦੇ ਨਾਂ ਤੇ ਇਹ ਨਗਰ ਵਸਿਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ 16 ਵਿਸਾਖ 1686 ਬਿਕਰਮੀ ਨੂੰ ਇਸ ਨਗਰ ਦੀ ਮੋੜੀ ਗੱਡੀ ਔਰ ਧੰਨ ਬਾਬਾ ਭਾਈ ਰੂਪ ਚੰਦ ਜੀ ਨੂੰ ਆਪਣੇ ਭਾਈ ਹੋਣ ਦਾ ਮਾਣ ਬਖਸ਼ਿਸ਼ ਕੀਤਾ। ਸੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਦੀ ਰਹਿਮਤ ਸਦਕਾ ਉਹਨਾਂ ਦੇ ਪਰਿਵਾਰ ਵਿੱਚ ਵੰਸ਼ ਵਿੱਚ ਜਨਮ ਸਤਿਗੁਰੂ ਜੀ ਨੇ ਬਖਸ਼ਿਆ। ਸੋ ਇਸ ਨਗਰੀ ਦੇ ਵਿੱਚ ਜੀਵਨ ਬਤੀਤ ਕਰਨ ਦਾ ਸੁਭਾਗ ਬਖਸ਼ਿਆ। ਬਹੁਤ ਵੱਡੇ ਵਡਭਾਗੀ ਹੋ ਜੀ। ਔਰ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਬਾਬਾ ਰੂਪ ਚੰਦ ਜੀ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਪ੍ਰਾਪਤ ਹੋਇਆ ਔਰ ਜਿਨ੍ਹਾਂ ਦੇ ਨਾਮ ਤੇ ਇਹ ਪਿੰਡ ਜਿਹੜਾ ਵਸਿਆ ਹੈ ਨਾ, ਜਿਵੇਂ ਤੁਸੀਂ ਦੱਸਿਆ, ਇਹ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ, ਉਹਨਾਂ ਦੀ 7ਵੀਂ ਪੀੜ੍ਹੀ ਦੇ ਵਿੱਚੋਂ ਭਾਈ ਸਾਹਿਬ ਦੀ ਪਰਿਵਾਰ ਹੈ। ਪੀੜ੍ਹੀ ਸਾਡੀ 14ਵੀਂ ਹੋ ਗਈ, ਢਾਡੀ ਕਲਾ 'ਚ 7ਵੀਂ, ਢਾਡੀ ਕਲਾ 'ਚ 7ਵੀਂ ਹੈ। ਵੈਸੇ ਉਹਨਾਂ ਦੀ 14ਵੀਂ ਪੀੜ੍ਹੀ ਦੇ ਵਿੱਚੋਂ ਭਾਈ ਸਾਹਿਬ ਨੇ ਔਰ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਜਿਹੜਾ ਉਹ ਜਿਹੜਾ ਢਾਡੀ ਕਲਾ ਹੈ ਉਹਦੀ ਆਪਣਾ ਸੇਵਾ ਕਰ ਰਹੇ ਨੇ, ਢਾਡੀ ਦਰਬਾਰ ਦੀ। ਔਰ ਢਾਡੀ ਕਲਾ ਦੇ ਰਾਹੀਂ ਸਿੱਖਾਂ ਦੇ ਜਿਹੜੇ ਨੌਜਵਾਨ ਬੱਚੇ ਨੇ ਔਰ ਸਮੂਹ ਸਿੱਖ ਸੰਗਤ ਜਿਹੜੀ ਆ ਉਹਨੂੰ ਸਿੱਖੀ ਵਿਰਸੇ ਦੇ ਨਾਲ ਜੋੜ ਰਹੇ ਨੇ। ਕੋਸ਼ਿਸ਼ ਕੀਤੀ ਹੈ ਜੀ, ਹਰ ਜਿਹੜਾ ਹੈਗਾ ਪਹਿਲੂ ਜਿੱਥੇ ਧਰਮ ਦਾ, ਗੁਰ ਇਤਿਹਾਸ ਦਾ ਜਿਹੜਾ ਉਹ ਸੇਵਾ ਕੀਤੀ ਹੈ, ਉੱਥੇ ਨਾਲ ਦੀ ਨਾਲ ਜਿਹੜੇ ਸਮੇਂ ਦੀਆਂ ਜਿਹੜੀਆਂ ਕੁਝ ਅਲਾਮਤਾਂ ਨੇ, ਕੁਝ ਸਮੱਸਿਆਵਾਂ ਨੇ, ਉਹਨਾਂ ਨੂੰ ਜਿਹੜਾ ਕਹਿਣ ਦਾ ਯਤਨ ਕੀਤਾ ਹਮੇਸ਼ਾ। ਬਿਲਕੁਲ ਜੀ, ਨਵੇਕਲੇ ਢੰਗ ਦੇ ਨਾਲ ਔਰ ਸਮੇਂ ਦੇ ਨਾਲ ਜਿਹੜੀ ਚੱਲ ਰਿਹਾ, ਜਿਵੇਂ ਸੰਗੀਤ ਜਿਹੜਾ ਉਹ ਸਮੇਂ ਦੇ ਨਾਲ ਬਦਲਦਾ ਰਹਿੰਦਾ ਹੈ ਔਰ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਵਾਸਤੇ ਉਹਨਾਂ ਦੇ ਢੰਗ ਦੇ ਨਾਲ, ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਤੁਹਾਡਾ ਕਹਿਣ ਦਾ ਢੰਗ ਹੈ ਉਹ ਬੜਾ ਸਿੱਖ ਸੰਗਤ ਨੇ ਪ੍ਰਵਾਨ ਕੀਤਾ ਉਸ ਚੀਜ਼ ਨੂੰ। ਬਿਲਕੁਲ ਜੀ, ਬੜਾ ਸਹਿਯੋਗ ਦਿੱਤਾ ਹਮੇਸ਼ਾ, ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਅਸੀਂ ਮਤਲਬ ਕਿ ਗੀਤ ਕੀਤਾ ਸੀਗਾ, ਪੱਗ ਨਾਲ ਸਿੱਖ ਸਰਦਾਰ ਲੱਗਦਾ। ਜੀ, ਮੈਂ ਉਸੇ ਗੀਤ ਬਾਰੇ ਹੀ ਜ਼ਿਕਰ ਆਪਾਂ ਕਰਨ ਲੱਗਾ ਸੀਗਾ। ਔਰ ਇਹ ਤੁਹਾਡੇ ਬੜੇ ਵੱਡਮੁੱਲੇ ਜਿਹੜੇ ਉਹ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ ਅਸੀਂ ਕਹਿ ਸਕਦੇ ਹਾਂ। ਇਸ ਤੋਂ ਪਹਿਲਾਂ ਭਾਈ ਸਾਹਿਬ ਅਸੀਂ ਜਾਣਨਾ ਚਾਹਾਂਗੇ ਕਿ ਜਿਵੇਂ ਤੁਸੀਂ ਦੱਸਿਆ ਤੁਹਾਡੀ ਖਾਨਦਾਨੀ 7ਵੀਂ ਪੀੜ੍ਹੀ ਢਾਡੀ ਕਲਾ ਦੀ ਚੱਲ ਰਹੀ ਹੈ, ਫਿਰ ਜਿਹੜੀ ਢਾਡੀ ਕਲਾ ਦੀ ਸਿੱਖਿਆ, ਇਹਦਾ ਮਤਲਬ ਤੁਸੀਂ ਆਪਣੇ ਫਾਦਰ ਸਾਹਿਬ ਤੋਂ ਜਾਂ ਆਪਣੇ
ਹਾਂਜੀ, ਸਾਡੇ ਪਿਤਾ ਜੀ ਗਿਆਨੀ ਜਗਰੂਪ ਸਿੰਘ ਜੀ ਜਿਹੜੇ ਉਹ ਆਪਣੇ ਸਮੇਂ ਦੇ ਵਿੱਚ ਬਹੁਤ ਪ੍ਰਸਿੱਧ ਢਾਡੀ ਔਰ ਰਾਗੀ ਸਨ ਜੀ ਜੀ। ਔਰ ਉਹਨਾਂ ਨੇ ਬਹੁਤ ਸਾਰਾ ਜਿਹੜਾ ਮਤਲਬ ਵਡਮੁੱਲਾ ਖਜ਼ਾਨਾ ਸਾਨੂੰ ਵਿਰਾਸਤ ਚੋਂ ਮਿਲਿਆ। ਉਹਨਾਂ ਦੀ ਵਿਰਾਸਤ ਦੇ ਵਿੱਚੋਂ ਉਹਨਾਂ ਨੇ ਸਾਨੂੰ ਪਰਿਵਾਰ ਵਿੱਚੋਂ ਜਿਵੇਂ ਕਹਿੰਦੇ ਨੇ ਪੰਘੂੜੇ ਚੋਂ ਮਿਲ ਜਾਂਦਾ, ਉਹਨਾਂ ਨੇ ਸਾਡੇ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ। ਔਰ ਫਿਰ ਉਹਨਾਂ ਨੇ ਜਿਹੜੀਆਂ ਹੋਰ ਇਹਨੂੰ ਸ਼ਿੰਗਾਰਨ ਦੇ ਲਈ ਸਾਡੇ ਪਿਤਾ ਜੀ ਦੇ ਗੁਰਭਾਈ ਸਨ, ਕੌਮ ਦੀ ਮਹਾਨ ਹਸਤੀ ਸਵਰਗਵਾਸੀ ਗਿਆਨੀ ਗੁਰਬਖਸ਼ ਸਿੰਘ ਜੀ ਅਲਬੇਲਾ ਸਾਹਿਬ, ਜਿਨ੍ਹਾਂ ਨੇ ਵਰਲਡ ਵਿੱਚ ਬਹੁਤ ਵੱਡੀ ਸੇਵਾ ਕੀਤੀ ਢਾਡੀ ਕਲਾ ਦੀ। ਸੋ ਉਹਨਾਂ ਨੂੰ ਫਿਰ ਮੇਰੇ ਪਿਤਾ ਜੀ ਨੇ ਸਾਨੂੰ ਉਹਨਾਂ ਦੇ ਲੜ ਲਾਇਆ ਵੀ ਤੁਸੀਂ ਜਿਹੜੀਆਂ ਹੋਰ ਬਰੀਕੀਆਂ ਸਮੇਂ ਦੀਆਂ, ਜਿਵੇਂ ਉਹਨਾਂ ਦੀ ਲੇਖਣੀ ਬੜੀ ਬਹੁਤ ਪ੍ਰਵਲ ਸੀਗੀ, ਉਹਨਾਂ ਦੇ ਜਿਹੜੇ ਸ਼ਬਦ ਬੜੇ ਬੇਬਾਕ ਸੀਗੇ, ਉਹਨਾਂ ਨੇ ਬੜੀ ਤਰਤੀਬ ਦੇ ਨਾਲ ਫਿਰ ਉਹਨਾਂ ਨੇ ਬਹੁਤ ਵੱਡੀਆਂ ਬਖਸ਼ਾਂ ਉਹਨਾਂ ਨੇ ਕੀਤੀਆਂ। ਕੀ ਬਾਤ ਹੈ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਪਿਤਾ ਜੀ ਦੇ ਨਾਲ ਨਾਲ ਤੁਸੀਂ ਗਿਆਨੀ ਗੁਰਬਖਸ਼ ਸਿੰਘ ਜੀ ਅਲਬੇਲਾ ਜਿਹੜੇ ਉਹਨਾਂ ਕੋਲੋਂ ਵੀ ਇਸ ਕਲਾ ਬਾਰੇ ਬਿਲਕੁਲ ਜੀ ਬਹੁਤ ਉਹਨਾਂ ਨੇ। ਹਾਂਜੀ। ਅੱਛਾ ਜੀ, ਫਿਰ ਇਹ ਤੇ ਤੁਹਾਡਾ ਤੈਅ ਸੀਗਾ ਕਿ ਤੁਸੀਂ ਢਾਡੀ ਹੀ ਬਣਨਾ? ਨਹੀਂ, ਇਹ ਨਹੀਂ ਸੀਗਾ। ਮੈਨੂੰ ਮੇਰੇ ਨਾਨਕੇ ਪਰਿਵਾਰ ਚ ਛੱਡਿਆ ਗਿਆ ਪਹਿਲਾਂ। ਮੈਂ ਉੱਥੇ ਮੇਰੇ ਨਾਨਕੇ ਮਾਨੀ ਸਿੰਘ ਆ ਜੀ, ਉੱਥੇ ਜਿਹੜਾ ਮੈਂ ਪੜਿਆ BA ਤੱਕ ਪੜ੍ਹਾਈ ਕੀਤੀ। ਉੱਥੇ ਇਹ ਮਾਹੌਲ ਨਹੀਂ ਸੀਗਾ। ਉੱਥੇ ਤਾਂ ਜਿਹੜਾ ਮਾਹੌਲ ਸੀਗਾ ਖੇਤੀਬਾੜੀ ਤੇ ਦਸਤਕਾਰੀ ਦਾ। ਪਰ ਜਿਹੜਾ ਮੈਨੂੰ ਜਦੋਂ ਵੀ ਮੈਂ ਇੱਥੇ ਆਉਂਦਾ ਤਾਂ ਮੇਰੇ ਪਿਤਾ ਜੀ ਇਹੀ ਕਹਿੰਦੇ ਸੀ, ਪੁੱਤਰਾ ਇਹ ਬਾਬੇ ਭਾਈ ਰੂਪ ਚੰਦ ਜੀ ਦੀ ਬਖਸ਼ਿਸ਼ ਹੈ, ਇਹੀ ਸੰਭਾਲਣੀ ਪੈਣੀ ਹੈ। ਫਿਰ ਮੈਂ BA ਕਰਨ ਤੋਂ ਬਾਅਦ ਜਦੋਂ ਪਿੰਡ ਆਇਆ ਤਾਂ ਫਿਰ ਤਕਰੀਬਨ 6 ਸਾਲ ਮੇਰੇ ਪਿਤਾ ਜੀ ਨੇ ਮੈਨੂੰ ਕੇਵਲ ਇਤਿਹਾਸ ਪੜ੍ਹਨ ਬਾਰੇ, ਜਿੱਥੇ ਅਸੀਂ ਖੇਤੀਬਾੜੀ ਕਰਦੇ ਸੀ, ਘਰ ਦੇ ਵਿੱਚ ਥੋੜੀ ਤੰਗੀ ਤੁਰਸੀ ਵੀ ਸੀ ਤੇ ਖੇਤੀ ਫਿਰ ਉਹਨਾਂ ਸਮਿਆਂ 'ਚ ਇੰਨੀ ਅਨਾਜ ਵੀ ਨਹੀਂ ਸੀ ਦਿੰਦੀ, ਪਾਣੀ ਦੀਆਂ ਵੀ ਇੰਨੀਆਂ ਸਹੂਲਤਾਂ ਨਹੀਂ ਸੀਗੀਆਂ, ਬਿਜਲੀ ਦੀਆਂ ਇੰਨੀਆਂ ਸਹੂਲਤਾਂ ਨਹੀਂ ਸੀ। ਫਿਰ ਖੇਤੀ ਕੀਤੀ ਅਸੀਂ ਤੇ ਉਹਦੇ ਵਿੱਚ ਫਿਰ ਉਹਨਾਂ ਨੇ 6 ਸਾਲ ਲਗਾਤਾਰ ਮੈਨੂੰ ਸਟੇਜ ਤੇ ਨਹੀਂ ਜਾਣ ਦਿੱਤਾ, ਮੈਨੂੰ ਕੇਵਲ ਸਰਚ ਕਰਾਈ, ਸਰਚ ਕਰਾਈ, ਇਤਿਹਾਸ ਦੀ ਸਰਚ ਕਰਨੀ। ਤੇ ਮੈਂ ਕਈ ਵਾਰ ਅੱਕ ਵੀ ਜਾਂਦਾ ਵੀ ਪਿਤਾ ਜੀ ਇਕੱਲੇ ਪੜ੍ਹੀ ਜਾਂਦੇ ਹੋ ਕੁਛ, ਮੈਨੂੰ ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਫਿਰ ਤੈਨੂੰ ਦੱਸਾਂਗੇ। ਫਿਰ ਉਹਨਾਂ ਦੀਆਂ ਰਮਜ਼ਾਂ ਸੀ। ਬਿਲਕੁਲ। ਹਾਂਜੀ। ਵਕਫੇ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ, ਤੇ ਮੇਰੇ ਨਾਲ ਨੇ ਪ੍ਰਸਿੱਧ ਢਾਡੀ ਗਿਆਨੀ ਬਲਜਿੰਦਰ ਸਿੰਘ ਜੀ ਬਗੀਚਾ ਸਾਹਿਬ। ਅੱਛਾ ਗਿਆਨੀ ਜੀ, ਪਿਤਾ ਜੀ ਨੇ ਬੜੇ ਵਧੀਆ ਢੰਗ ਦੇ ਨਾਲ, ਪੂਰੀ ਤਿਆਰੀ ਦੇ ਨਾਲ ਤੁਹਾਨੂੰ ਇਸ ਖੇਤਰ ਦੇ ਵਿੱਚ ਉਤਾਰਿਆ। ਬਿਲਕੁਲ ਜੀ, ਬਹੁਤ ਉਹਨਾਂ ਨੇ ਬੜੀ ਮਿਹਨਤ ਕਰਾਈ, ਬੜੀਆਂ ਉਹਨਾਂ ਨੇ ਬਖਸ਼ਾਂ ਵੀ ਕੀਤੀਆਂ। ਔਰ ਉਹਨਾਂ ਨੇ ਜਿਹੜਾ ਸਟੈਮਿਨਾ ਹੈ ਉਹ ਵੀ ਬਣਾਇਆ। ਉਹ ਤਕਰੀਬਨ ਜਦੋਂ ਵੀ ਕੀਰਤਨ ਕਰਨ ਬੈਠਦੇ ਸੀ ਕਿਸੇ ਨਗਰ ਕੀਰਤਨ ਤੇ, ਜਾਂ ਉਹ ਮਤਲਬ 12-12 ਘੰਟੇ ਲਗਾਤਾਰ ਉਹਨਾਂ ਦਾ ਸਟੈਮਿਨਾ ਸੀਗਾ, ਤੇ ਨਾਲ ਹੀ ਫਿਰ ਅਸੀਂ ਬੈਠਦੇ ਉਹਨਾਂ ਦੇ। ਤੇ ਫਿਰ ਜਦੋਂ ਤੁਸੀਂ ਜੱਥਾ ਤਿਆਰ ਕੀਤਾ, ਉਹਦੇ 'ਚ ਫਿਰ ਤੁਹਾਡੇ ਪਰਿਵਾਰ ਦੇ ਕਿੰਨੇ ਕੁ ਮੈਂਬਰ ਜਾਂ ਫਿਰ ਸਾਰੇ ਜਿਹੜੇ ਤੁਹਾਡੇ ਸਾਥੀ ਨੇ ਉਹ ਬਾਹਰੋਂ ਲਏ ਤੁਸੀਂ? ਨਹੀਂ, ਜਿਹੜਾ ਜੱਥਾ ਸਾਡਾ ਜੀ ਤਕਰੀਬਨ 3 ਅਸੀਂ ਸਕੇ ਭਰਾ ਹੈ। ਅੱਛਾ ਜੀ। ਹਾਂਜੀ, ਪਿਤਾ ਜੀ ਨੇ ਸਾਨੂੰ ਤਿੰਨਾਂ ਨੂੰ ਇਸੇ ਲਾਈਨ ਦੇ ਵਿੱਚ ਲਾਇਆ ਜੀ ਜੀ। ਸੋ ਮੈਂ ਸਭ ਤੋਂ ਵੱਡਾ ਜੀ, ਮੇਰੇ ਤੋਂ ਛੋਟੇ ਭਾਈ ਚਮਕੌਰ ਸਿੰਘ ਜੀ, ਉਹ ਜਾਨੀ ਉਦੋਂ ਛੋਟੇ ਮੋਹਨ ਸਿੰਘ, ਉਹ ਤਬਲੇ ਤੇ ਨੇ। ਚਮਕੌਰ ਸਿੰਘ, ਉਹਨਾਂ ਨੂੰ ਜਿਹੜੀ ਮਿਊਜ਼ਿਕ ਦੀ ਉਹਨਾਂ ਨੇ ਜ਼ਿਆਦਾ ਤਾਲੀਮ ਦਿੱਤੀ, ਔਰ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਕੀਰਤਨ ਦੇ ਵਿੱਚ ਵੀ, ਔਰ ਢਾਡੀ ਜਿਹੜੀਆਂ ਬਰੀਕੀਆਂ ਸੀ, ਪੱਕੇ ਰਾਗ, ਹੋਰ ਸਾਰਾ ਉਹਨਾਂ ਨੇ ਉਹਨਾਂ ਨੂੰ ਸਮਝਾਇਆ। ਇਹ ਦੋਨੇ ਮੇਰੇ ਤੋਂ ਬਹੁਤ ਪਹਿਲਾਂ ਲੱਗੇ ਸੀ, ਮੈਂ ਥੋੜਾ ਬਾਅਦ ਵਿੱਚ BA ਕਰਕੇ ਲੱਗਿਆ, ਇਹ ਪਹਿਲਾਂ ਲੱਗੇ ਸੀ। ਜਾਨੀ ਕਿ ਤੁਹਾਡੇ ਜੱਥੇ ਦੇ ਵਿੱਚ ਆਪਾਂ ਮਿਲਾਵਾਂਗੇ ਇਹਨਾਂ ਦੇ ਭਾਈ ਸਾਹਿਬ ਨੂੰ ਵੀ, ਮਤਲਬ ਤੁਸੀਂ ਜੱਥੇ ਦੇ ਵਿੱਚ ਜਿਹੜੇ ਆਗੂ ਗਾਉਂਦੇ ਨੇ ਉਹ ਚਮਕੌਰ ਸਿੰਘ ਜੀ ਗਾਉਂਦੇ ਨੇ, ਔਰ ਜਿਹੜੀ ਤਬਲੇ ਦੀ ਸੇਵਾ ਔਰ ਢਾਡੀ ਕਲਾ ਦੇ ਵਿੱਚ ਜਿਹੜਾ ਇੱਕ ਵਿਲੱਖਣ ਰੰਗ ਤੁਸੀਂ ਇਹ ਵੀ ਭਰਿਆ ਕਿ ਤੁਹਾਡੇ ਜੱਥੇ ਦੇ ਵਿੱਚ ਤਬਲਾ ਵੀ ਸ਼ਾਮਲ ਹੈ। ਹਾਂਜੀ, ਇਹ ਵੀ ਮੇਰੇ ਖਿਆਲ ਤੁਹਾਨੂੰ ਸਿਹਰਾ ਜਾਂਦਾ ਸੀ। ਬਿਲਕੁਲ ਜੀ, ਬਿਲਕੁਲ। ਚਲੋ ਕਈ ਵਾਰ ਕਿਤੇ ਇਹਦਾ ਵਿਰੋਧ ਵੀ ਹੁੰਦਾ ਤੇ ਪਰ ਅਸੀਂ ਕਿਉਂਕਿ ਕੀਰਤਨ ਕਰਦੇ ਸੀ, ਸਾਨੂੰ ਥੋੜਾ ਜਿਹਾ ਰਿਦਮ ਦਾ ਸੀਗਾ, ਉਹਦੇ ਕਰਕੇ ਫਿਰ ਅਸੀਂ ਉਹ ਕੋਸ਼ਿਸ਼ ਕਰਦੇ ਵੀ ਹਰ ਪੱਕੀ ਚੀਜ਼ ਦੇ ਨਾਲ ਤਬਲਾ, ਮਿਹਨਤ ਬਹੁਤ ਕਰਨੀ ਪੈਂਦੀ, ਪਰ ਉਹ ਕੋਸ਼ਿਸ਼ ਕੀਤੀ ਹੈ। ਔਰ ਮੇਰੇ ਜਿਹੜਾ ਜੱਥਾ ਜਦੋਂ ਅਸੀਂ ਤਿਆਰ ਕੀਤਾ, ਬਲਵਿੰਦਰ ਸਿੰਘ ਭਗਤਾ ਉਦੋਂ ਸਾਈਡ ਤੇ ਨਾਲ ਗਾਉਂਦੇ ਸੀ, ਹਰਜਿੰਦਰ ਸਿੰਘ ਹਾਣੀ ਉਹ ਸਰੰਗੀ ਤੇ ਸੀ। ਉਸ ਤੋਂ ਬਾਅਦ ਫਿਰ ਸਮੇਂ ਜਿਹੜੇ ਸਾਥੀ ਵਿੱਚ ਦੀ ਬਦਲੇ ਵੀ। ਬਹੁਤ ਲੰਮਾ ਸਮਾਂ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਛਾਪਾ
ਉਹ ਸਰੰਗੀ ਮਾਸਟਰ ਰਹੇ ਜਿਹੜੇ ਕਿ ਉਹ ਅੱਜ ਕੱਲ੍ਹ ਸਰੰਗੀਆਂ ਬਣਾਉਂਦੇ ਵੀ ਨੇ। ਬੜੀ ਉਹਨਾਂ ਤੇ ਸਤਿਗੁਰੂ ਦੀ ਬਖਸ਼ਿਸ਼ ਹੈ। ਮੇਰੀ ਨਗਰ ਤੋਂ ਸੀ ਸਾਡੇ ਸਾਥੀ ਮਹਿੰਦਰ ਸਿੰਘ ਸਫਰੀ, ਜਿਨ੍ਹਾਂ ਨੇ ਲਗਭਗ 19 ਸਾਲ ਸਾਡੇ ਨਾਲ ਇਹ ਚਮਕੌਰ ਦੇ ਨਾਲ ਜਿਹੜਾ ਗਾ ਕੇ ਸੇਵਾ ਕੀਤੀ ਹੈ। ਤੇ ਹੁਣ ਸਾਡੇ ਪਿੰਡ ਦੇ ਹੀ ਹੈਗਾ ਲੜਕਾ ਅਰਮਾਨ ਸਿੰਘ ਭਾਈ ਰੁਪਏ ਤੋਂ। ਤੇ ਜਿਹੜੇ ਸਰੰਗੀ ਮਾਸਟਰ ਸਾਡੇ ਇਸ ਟਾਈਮ ਜਿਹੜੇ ਤਕਰੀਬਨ ਪਿਛਲੇ 8 ਸਾਲ ਤੋਂ ਸੇਵਾ ਕਰਦੇ ਨੇ, ਉਹ ਜਿਹੜੇ ਜਸਵਿੰਦਰ ਸਿੰਘ ਸਰਾਵਾ ਨਗਰ। ਦੋਸਤੋ ਸਾਡੇ ਨਾਲ ਨੇ ਪ੍ਰਸਿੱਧ ਢਾਡੀ ਗਿਆਨੀ ਬਲਜਿੰਦਰ ਸਿੰਘ ਜੀ ਬਗੀਚਾ, ਤੇ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਵਕਫੇ ਤੋਂ ਬਾਅਦ, ਤੇ ਅਸੀਂ ਹੈਗੇ ਆ ਪਿੰਡ ਭਾਈ ਰੂਪਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਪੰਥ ਦੇ ਮਹਾਨ ਢਾਡੀ ਗਿਆਨੀ ਬਲਜਿੰਦਰ ਸਿੰਘ ਜੀ ਬਗੀਚਾ ਤੇ ਉਹਨਾਂ ਦੇ ਜੱਥੇ ਦੇ ਨਾਲ। ਜਿਵੇਂ ਗਿਆਨੀ ਜੀ ਨੇ ਦੱਸਿਆ ਕਿ ਉਹਨਾਂ ਦੇ ਜੱਥੇ ਦੇ ਵਿੱਚ ਉਹਨਾਂ ਦੇ ਭਰਾ ਜਿਹੜੇ ਚਮਕੌਰ ਸਿੰਘ ਜੀ ਨੇ ਉਹ ਆਗੂ ਦੇ ਤੌਰ ਤੇ ਗਾਉਂਦੇ ਨੇ, ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਮਕੌਰ ਸਿੰਘ ਜੀ ਭਾਈ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਬਲਜਿੰਦਰ ਸਿੰਘ ਬਗੀਚਾ ਹੋਣਾ ਜੀ ਨਾਲ। ਜਿਵੇਂ ਹਾਂਜੀ ਹਾਂਜੀ ਉਹਨਾਂ ਦੱਸਿਆ ਕਿ ਤੁਸੀਂ ਜਿਹੜੀ ਤਾਲੀਮ ਜਿਹਨੂੰ ਆਪਾਂ ਰਾਗਾਂ ਦੀ ਕਹਿ ਸਕਦੇ ਹਾਂ ਜਾਂ ਗਾਇਕੀ ਦੀ ਤਾਲੀਮ ਹੈ ਉਹ ਜ਼ਿਆਦਾ ਹਾਸਲ ਕੀਤੀ। ਹਾਂਜੀ ਹਾਂਜੀ ਇਹ ਤੁਸੀਂ ਆਪਣੇ ਪਿਤਾ ਜੀ ਤੋਂ ਐਂਡ ਗਿਆਨੀ ਅਲਬੇਲਾ ਜੀ ਤੋਂ? ਅਸੀਂ ਜੀ ਪਹਿਲਾਂ ਜਿਹੜੀ ਸ਼ੁਰੂਆਤ ਸੀ ਜੀ, ਉਹ ਛੋਟੇ ਹੁੰਦੇ ਨਾਲੇ ਪੜ੍ਹਾਈ ਕਰਦੇ ਜੀ, ਨਾਲੇ ਆਪ ਜੀ ਦੇ ਪਿਤਾ ਜੀ ਦੇ ਨਾਲ ਅਸੀਂ ਕੀਰਤਨ ਕਰਨ ਜਾਂਦੇ ਜੀ। ਬਚਪਨ ਤੋਂ ਹੀ ਰੁਚੀ ਸੀਗੀ ਜੀ, ਤੇ ਪਿਤਾ ਜੀ ਦੀ ਇੱਛਾ ਸੀ ਜੀ ਵੀ ਰਾਗੀ ਬਣਨਾ, ਢਾਡੀ ਬਣਨਾ, ਕੌਮ ਦੇ ਪ੍ਰਚਾਰਕ ਬਣਨਾ, ਇਸ ਤੋਂ ਵੱਧ ਕੋਈ ਗੱਲ ਨਹੀਂ ਜੀ। ਪੜੋ ਜਿੰਨਾ ਮਰਜ਼ੀ, ਜੋ ਮਰਜ਼ੀ ਕਰੋ, ਪਰ ਜਿਹੜਾ ਆਪਾਂ ਤੁਹਾਨੂੰ ਸਿੱਖਿਆ ਜਿਹੜੀ ਹੈ ਉਹ ਕੀਰਤਨ ਦੀ, ਢਾਡੀ ਜੀ, ਬਸ ਜਿਹੜਾ ਕੰਮ ਆਪਾਂ ਆਪਣੀ ਮਿਹਨਤ ਆਪਾਂ ਇਸੇ ਚੀਜ਼ ਦੀ ਕਰਨੀ, ਇਸੇ ਦੀ ਕਰਨੀ ਹੈ। ਫਿਰ ਜਿਹੜੀ ਸੰਗੀਤ ਦੀ ਤੁਸੀਂ ਬਕਾਇਦਾ ਤਾਲੀਮ ਲੈ ਕੇ, ਹਨਾ ਤੁਸੀਂ ਮੇਰੇ ਖਿਆਲ ਪੜ੍ਹਾਈ ਦੇ ਵਿੱਚ ਵੀ ਸੰਗੀਤ ਨੂੰ ਤੁਸੀਂ ਸਬਜੈਕਟ ਦੇ ਤੌਰ ਤੇ ਲਿਆ, ਹਨਾ? ਪੜ੍ਹਾਈ ਦੇ ਵਿੱਚ ਜਿੰਨਾ ਸਮਾਂ ਪੜ੍ਹਾਈ ਵਾਸਤੇ ਹੁੰਦਾ ਸੀਗਾ, ਉਦੋਂ ਜ਼ਿਆਦਾ ਸਮਾਂ ਪਿਤਾ ਜੀ ਨਾਲ ਪ੍ਰੋਗਰਾਮ ਤੇ ਜਾਣਾ ਜੀ, ਆ ਕੇ ਰਿਹਰਸਲ ਕਰਨੀ, ਜੋ ਜੇ ਢਾਡੀ ਕਲਾ ਦੀ ਤਿਆਰੀ ਕਰਨੀ ਆ ਉਹ ਸਪੈਸ਼ਲ ਅੱਡ ਕਰਨੀ ਪਿਤਾ ਜੀ ਤੋਂ, ਕਿਉਂਕਿ ਪਿਤਾ ਜੀ ਢਾਡੀ ਵੀ ਸਨ, ਰਾਗੀ ਵੀ ਸਨ। ਜਿਹੜੀ ਚੀਜ਼ ਦੀ ਲੋੜ ਹੁੰਦੀ ਸੀ ਉਹ ਪਿਤਾ ਜੀ ਤੋਂ ਪੁੱਛਦੇ ਵੀ ਅੱਜ ਕਾਹਦੀ ਤਿਆਰੀ ਕਰਨੀ ਆ। ਉਹਨਾਂ ਨੇ ਸ਼ਬਦਾਂ ਦੀ ਤਿਆਰੀ, ਬੈਂਜੋ ਦੀ ਤਿਆਰੀ, ਕੀਰਤਨ ਦੀ, ਤਪਲੇ ਦੀ ਜੀ, ਹਾਰਮੋਨੀਅਮ ਦੀ, ਹਰ ਇੱਕ ਤਿਆਰੀ ਵੱਲ ਉਹਨਾਂ ਨੇ ਤਵੱਜੋ ਦਿਵਾਇਆ ਜੀ। ਤੁਸੀਂ ਜ਼ਿਕਰ ਕੀਤਾ ਬੈਂਜੋ ਦਾ, ਇੱਥੇ ਮਤਲਬ ਕਹਿਣ ਦਾ ਕਿ ਸਰੰਗੀ ਐਂਡ ਢੱਡ ਤੋਂ ਬਿਨਾਂ ਤੁਸੀਂ ਦੂਸਰੇ ਜਿਹੜੇ ਸਾਜ਼ ਆ ਉਹਨਾਂ ਬਾਰੇ ਵੀ ਜਾਣਕਾਰੀ ਰੱਖਦੇ ਹੋ? ਉਹ ਮੇਰੇ ਪਿਤਾ ਜੀ ਹਾਰਮੋਨੀਅਮ ਤੇ ਉਹਨਾਂ ਦਾ ਹੁੰਦਾ ਸੀ, ਮੈਂ ਨਾਲ ਬੈਂਜੋ ਪਲੇ ਕਰਦਾ ਸੀਗਾ, ਛੋਟਾ ਤਪਲਾ ਕਰਦਾ ਸੀ। ਅੱਛਾ, ਤੁਸੀਂ ਬੈਂਜੋ ਵੀ ਪਲੇ ਕਰਦੇ? ਹਾਂਜੀ ਹਾਂਜੀ ਹਾਂਜੀ, ਪਹਿਲਾਂ ਸਟਾਰਟਿੰਗ ਦੇ ਵਿੱਚ ਪਹਿਲਾਂ ਬੈਂਜੋ ਤੇ ਉਸ ਤੋਂ ਬਾਅਦ ਹਾਰਮੋਨੀਅਮ, ਤਪਲਾ, ਹੋਰ ਬਾਕੀ ਜਿਹੜੇ ਸਾਜ਼ ਸੀਗੇ, ਤੇ ਤਕਰੀਬਨ ਸਾਰੇ ਸਾਜ਼ ਹੀ ਘਰੇ ਸਨ। ਅੱਛਾ ਜ਼ੈਦਾਰ ਜੀ, ਇੱਕ ਹੋਰ ਮੇਰੇ ਮਾਈਂਡ 'ਚ ਸਵਾਲ ਆਉਂਦਾ ਕਿ ਜਿਹੜੀਆਂ ਤਰਜ਼ਾਂ ਬਣਾਉਂਦੇ ਹੋ ਤੁਸੀਂ ਆਪਣੇ ਢਾਡੀ ਵਾਰਾਂ ਦੀਆਂ, ਹਾਂਜੀ ਹਾਂਜੀ, ਬਹੁਤ ਡਿਫਰੈਂਟ ਹੁੰਦੀਆਂ ਬਾਕੀ ਢਾਡੀਆਂ ਨਾਲੋਂ, ਜਾਂ ਇਹ ਕਹ ਲਓ ਟ੍ਰੈਡੀਸ਼ਨ ਤੋਂ ਹਟ ਕੇ, ਹਾਂਜੀ ਹਾਂਜੀ, ਰਿਵਾਇਤ ਤੋਂ ਹਟ ਕੇ, ਹਾਂਜੀ ਇਹ ਤੁਸੀਂ ਬਣਾਉਂਦੇ ਹੋ ਕਿ ਜਾਂ? ਇਹ ਜੀ ਹਾਂ ਜੀ, ਇਹ ਮੈਂ ਨਾ ਜਦੋਂ ਮੇਰੇ ਪਿਤਾ ਜੀ ਸੀ ਜੀ, ਉਹਨਾਂ ਦੇ ਗੁਰਭਾਈ ਸਨ ਗੁਰਵਤ ਸਿੰਘ ਜੀ ਅਲਵੇਲਾ ਸਾਹਿਬ ਜੀ ਜੀ, ਉਹਨਾਂ ਕੋਲ ਇੰਨਾ ਕੁ ਖਜ਼ਾਨਾ ਸੀਗਾ ਵੀ ਜੇ ਉਹਨਾਂ ਦੇ ਪੋਟਿਆਂ ਦੇ ਗਿਣਨ ਵਾਲੇ ਜਿਹੜੇ ਉਹਨਾਂ ਦੇ ਸ਼ਾਗਿਰਦ ਸੀਗੇ, ਬਲਕਾਰ ਸਿੱਧੂ ਲਾ ਲਓ ਤੁਸੀਂ, ਛੱਤਰ ਛੱਤਾ ਲਾ ਲਓ, ਧਰਮਪ੍ਰੀਤ ਲਾ ਲਓ, ਜੇ ਉਹਨਾਂ ਦੇ ਤੁਸੀਂ ਮਤਲਬ ਸ਼ਾਗਿਰਦ ਰਾਗੀ ਆ ਜਿਹੜੇ ਜੀ, ਅੱਜ ਉਹ ਦਰਬਾਰ ਸਾਹਿਬ 'ਚ ਹਜ਼ੂਰੀ ਰਾਗੀ, ਗਗਨਦੀਪ ਵਰਗੇ, ਵੀ ਮਤਲਬ ਇੰਨਾ ਕੁ ਉਹਨਾਂ 'ਚ ਕੋਲ ਖਜ਼ਾਨਾ ਸੀਗਾ ਵੀ ਜਿਹੜੀ ਚੀਜ਼ ਵੀ ਜਿੱਧਰ ਨੂੰ ਵੀ ਉਹ ਹੋਏ ਉਧਰ ਨੂੰ ਪੂਰੇ ਹੋਏ। ਬਿਲਕੁਲ ਜੀ, ਬਿਲਕੁਲ। ਅੱਛਾ, ਉਹਨਾਂ ਦੇ ਅਲਬੇਲਾ ਸਾਹਿਬ ਦੀ ਪ੍ਰੇਰਨਾ ਸਦਕਾ ਤੁਸੀਂ ਸੋਚਿਆ। ਅੱਛਾ, ਇਹ ਚੀਜ਼ ਮੈਂ ਸਮਝਦਾ ਹਾਂ, ਜਿਵੇਂ ਜਥੇਦਾਰ ਜੀ ਨਾਲ ਵੀ ਮੈਂ ਇਸ ਮੁੱਦੇ ਤੇ ਗੱਲ ਕਰਨੀ ਚਾਹੂੰਗਾ ਕਿ ਇਹ ਬੜੀ ਤਗੜੀ ਜ਼ਰੂਰਤ ਸੀਗੀ, ਕਿਉਂਕਿ ਢਾਡੀ ਜਿਹੜੀ ਕਲਾ ਨਾ, ਢਾਡੀ ਕਲਾ ਨੌਜਵਾਨੀ ਤੋਂ ਪਿੱਛੇ ਜਾ ਰਹੀ ਸੀਗੀ। ਜਦੋਂ ਤੁਸੀਂ ਆਉਂਦੇ ਹੋ ਇਸ ਲਾਈਨ 'ਚ, ਉਤੋਂ ਜੇ ਆਪਾਂ ਥੋੜਾ ਜਿਹਾ ਪਿੱਛੇ ਵੱਲ ਦੇਖੀਏ, ਕਿਉਂਕਿ ਨਵਾਂਪਨ ਜਿਹੜਾ ਨਾ ਉਹਦੀ ਕਮੀ ਫੀਲ ਕਰਦੇ ਸੀ ਕਿ ਸ਼ਾਇਦ ਨਵੀਂ ਪੀੜ੍ਹੀ ਨੂੰ ਨਾਲ ਜੋੜਨ ਵਾਸਤੇ ਜ਼ਰੂਰੀ ਸੀਗਾ, ਹਨਾ? ਔਰ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ, ਹਾਂਜੀ, ਔਰ ਇਹਦੇ 'ਚ ਤੁਸੀਂ ਕਾਮਯਾਬ ਵੀ ਹੋਏ, ਮੇਰੇ 100% ਕਾਮਯਾਬ ਹੋਏ, ਹਨਾ? ਸਾਡੇ ਉਸਤਾਦ ਜੀ ਦੇ ਨਾਲ ਬਲਦੇਵ ਸਿੰਘ ਜੀ ਬਿੱਲੂ ਜੀ, ਉਹਨਾਂ ਨੂੰ ਮਤਲਬ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀਗਾ ਜੀ। ਉਹਨਾਂ ਨੇ ਅਲਵੇਲਾ ਸਾਹਿਬ ਜਦੋਂ ਸਾਈਡ ਤੇ ਹੁੰਦੇ ਜੀ, ਤਾਂ ਬਿੱਲੂ ਸਾਹਿਬ ਨੇ ਮੈਨੂੰ ਇੱਕ ਤਾਂ ਗਲੇ ਦਾ ਪਰਹੇਜ਼ ਜੀ,
ਇੰਨਾ ਕੁ ਉਹਨਾਂ ਨੇ ਗਲੇ ਦਾ ਪਰਹੇਜ ਦਿੱਤਾ ਵੀ ਤੁਸੀਂ ਬੋਲਣਾ ਨਹੀਂ, ਆ ਤੁਸੀਂ ਖਾਣਾ ਨਹੀਂ। ਕੰਪੋਜੀਸ਼ਨ ਦੀ ਜਿਹੜੀ ਕੱਟ ਵੱਢ ਕਰਨੀ ਆ ਜੀ ਜੀ ਉਹ ਕਮਾਲ ਸੀਗੇ ਜੀ। ਉਹ ਢਾਡੀ ਰੰਗ ਨੂੰ ਉਹਨਾਂ ਨੇ ਬੜੇ ਤਰੀਕੇ ਨਾਲ ਬਦਲਿਆ, ਪਰ ਉਹਨਾਂ ਨੇ ਨਾ ਮੇਰੇ ਤੇ ਬੜੀ ਕਲਾਸ ਲਾਈ ਜੀ ਵੀ ਜਿਹੜਾ ਕਵਿਤਾਵਾਂ ਹੈ ਇਹਨੂੰ ਕਿਹੜੇ ਢੰਗ ਨਾਲ ਬਦਲਣਾ, ਇਹਨੂੰ ਕੰਪੋਜੀਸ਼ਨ ਨੂੰ ਕਿਹੜੇ ਢੰਗ ਨਾਲ ਬਦਲਣਾ, ਕਿਹੜੇ ਨਾਲ ਗਾਉਣਾ, ਬਹੁਤ ਉਹਨਾਂ ਨੇ ਯੋਗਦਾਨ ਦਿੱਤਾ। ਇਹ ਬੜੀ ਤਗੜੀ ਜ਼ਰੂਰਤ ਜਿਹੜੀ ਸੀਗੀ ਮੌਕੇ ਦੀ ਨਜ਼ਾਕਤ ਨੂੰ ਪਛਾਣ ਕੇ ਨਾ ਤੁਸੀਂ ਢਾਡੀ ਕਲਾ ਨੂੰ ਨੌਜਵਾਨੀ ਨੂੰ ਫਿਰ ਢਾਡੀ ਕਲਾ ਦੇ ਨਾਲ ਜਿਹੜਾ ਜੋੜਨ ਵਾਲਾ ਤੁਹਾਡਾ ਉਪਰਾਲਾ ਨਾ, ਇਹਨੂੰ ਮੈਂ ਪ੍ਰਣਾਮ ਕਰਦਾ। ਕਿਉਂਕਿ ਨੌਜਵਾਨੀ ਜਿਹੜੀ ਉਸ ਸਮੇਂ ਜਾਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰ ਲਈਏ 15, ਜਿਹੜੀ ਉਹਨਾਂ ਗੀਤਾਂ ਦੇ ਵਿੱਚ ਉਹਨਾਂ ਦਾ ਮਾਈਂਡ ਜਿਹੜਾ ਰਚਿਆ ਹੋਇਆ ਸੀਗਾ, ਢਾਡੀ ਕਲਾ ਤੋਂ ਦੂਰ ਜਾ ਰਹੇ ਸੀਗੇ, ਉਹਨਾਂ ਨੂੰ ਉਹਦੇ ਨਾਲ ਜੋੜਨ ਵਾਸਤੇ ਉਸੇ ਰੰਗ ਦੇ ਵਿੱਚ, ਕਿਉਂਕਿ ਸੰਗੀਤ ਤੇ ਸੰਗੀਤ ਹੀ ਹੈ। ਬਿਲਕੁਲ ਸੰਗੀਤ ਨੂੰ ਗੁਰੂ ਮਹਾਰਾਜ ਨੇ ਵੀ ਮਤਲਬ ਸ਼ਾਮਲ ਕੀਤਾ, ਆਪਾਂ ਕੀਰਤਨ ਵੀ ਉਹ ਵੀ ਸੰਗੀਤ ਹੈ। ਲੇਕਿਨ ਨੌਜਵਾਨੀ ਨੂੰ ਇਸ ਲਾਈਨ ਦੇ ਨਾਲ ਜੋੜਨ ਵਾਸਤੇ ਜਿਹੜਾ ਤੁਹਾਡਾ ਉਪਰਾਲਾ ਹੈ, ਮੇਰੇ ਖਿਆਲ ਉਹ ਬੜਾ ਸਲਾਹੁਣਯੋਗ ਹੈ ਜੀ। ਔਰ ਬੜਾ ਤੁਹਾਨੂੰ ਛੱਤ ਨਮਨ ਕਰਨ ਨੂੰ ਵਾਸਤੇ ਸਾਰੇ ਜਿੰਨੇ ਵੀ ਜਿੱਥੇ ਵੀ ਪੰਜਾਬੀ ਵਸਦਾ ਹੈ ਵਰਲਡ ਦੇ ਵਿੱਚ, ਉਹਨਾਂ ਨੇ ਤੁਹਾਡੀਆਂ ਪ੍ਰਸੰਗ ਜਿਹੜੇ ਨੇ ਔਰ ਤੁਹਾਡੀ ਜਿਹੜੀ ਸੇਵਾ ਨੂੰ ਪ੍ਰਵਾਨ ਕੀਤਾ ਹੈ। ਬਹੁਤ ਧੰਨਵਾਦ ਜੀ, ਬੜਾ ਪਿਆਰ ਮਿਲਿਆ। ਬਾਕੀ ਜਿਹੜਾ ਸਾਡਾ ਪੱਕੇ ਕਲਾਸੀਕਲ ਰਾਗ ਨੇ ਨਾ, ਜਿਹੜੀਆਂ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਜੀ ਨੇ 6ਵੇਂ ਪਾਤਸ਼ਾਹ ਜੀ ਨੇ ਪ੍ਰਵਾਨ ਕੀਤੇ, ਉਹਨਾਂ ਦਾ ਇੱਕ ਬਹੁਤ ਵਧੀਆ ਰੰਗ ਹੈ। ਉਹ ਸਮੇਂ ਨੂੰ ਬੰਨ੍ਹ ਦਿੰਦੇ ਨੇ। ਉਹਦਾ ਜਦੋਂ ਉਹ ਜਿੱਦਾਂ ਹੁਣ ਆਪਾਂ ਸਾਕਾ ਹੈ, ਅਲਗੋਜੇ ਹੈ, ਜਾਂ ਆਪਾਂ ਰਸਾਲੂ ਗਾਉਣੇ ਆ, ਜਾਂ ਢਾਈਆ ਗਾਉਣੇ ਆ, ਜਾਂ ਮਿਰਜ਼ਾ ਹੈ, ਵਾਰ ਹੈ ਜਿਹੜੀ, ਜਾਂ ਝੋਕ ਹੈ, ਕਵਿੱਤ ਹੈ, ਬੈਂਤ ਹੈ, ਇਹ ਜਿਹੜੀਆਂ ਸਾਡੀ ਕਲਾਸੀਕਲ ਜਿਹੜੇ ਗੁਰੂ ਘਰੇ ਪ੍ਰਵਾਨ ਕੀਤੇ, ਜਿਹੜੇ 6ਵੇਂ ਸਤਿਗੁਰੂ ਜੀ ਨੇ ਸਾਨੂੰ ਹਦਾਇਤ ਵੀ ਕੀਤੀ ਔਰ ਉਹਨਾਂ ਨੂੰ ਪ੍ਰਵਾਨ ਵੀ ਕੀਤੇ, ਉਹਨਾਂ ਨੂੰ ਬੜੀ ਮਤਲਬ ਥੋੜਾ ਸਾਫ਼ ਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਥੋੜਾ ਜਿਹਾ ਮਤਲਬ ਕਲੀਅਰਟੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਉਹਨਾਂ 'ਚ ਫੇਰ ਬਦਲ ਤਾਂ ਕੋਈ ਕਰ ਨਹੀਂ ਸਕਦਾ, ਕਿਉਂਕਿ ਉਹ ਪੱਕੀਆਂ ਚੀਜ਼ਾਂ ਹੈ। ਉਹ ਬਹੁਤ ਉਹ ਤਾਂ ਇੱਕ ਬਹੁਤ ਵੱਡੀ ਇਬਾਦਤ ਹੈ। ਜਦੋਂ ਉਹ ਚੀਜ਼ ਗਾਈ ਜਾਂਦੀ, ਜਿਸ ਤਰ੍ਹਾਂ ਪ੍ਰਾਰੰਭ ਕਰਦੇ ਆ ਆਪਾਂ ਉਹ 'ਚ ਕਵਿੱਤ ਗਾਉਂਦੇ ਆ, ਤਾਂ ਉਹ ਇੱਕ ਸਟੇਜ ਨੂੰ ਸ਼ੁਰੂਆਤ ਕਰਨ ਦੀ ਇੱਕ ਬਹੁਤ ਵੱਡੀ, ਉਹਦੇ ਵਿੱਚ ਆਪਾਂ ਕਲੀ ਵੀ ਗਾ ਸਕਦੇ ਹਾਂ। ਉਹਦੇ ਵਿੱਚ ਆਪਾਂ ਵੱਖ-ਵੱਖ ਜਿਹੜਾ ਅਲੰਕਾਰ ਤੋਂ ਬਾਅਦ ਇਹ ਜਿਹੜੇ ਪ੍ਰਵਾਨਿਤ ਚੀਜ਼ਾਂ ਨੇ, ਜਾਂ ਇਤਿਹਾਸ, ਜਾਂ ਕਵਿਤਾ ਦਾ ਸੁਭਾਅ, ਸਮਾਂ, ਜਿਹੜੀਆਂ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਇਲਾਕਾ ਕਿਹੋ ਜਿਹਾ, ਸੰਗਤ ਸੁਣਨ ਵਾਲੀ ਕਿਹੋ ਜਿਹੀ ਹੈ, ਔਰ ਜਿਹੜਾ ਇਤਿਹਾਸ ਅਸੀਂ ਕਹਿ ਰਹੇ ਹਾਂ ਉਹ ਕਿਹੋ ਜਿਹਾ, ਔਰ ਸਮਾਂ ਕਿਹੋ ਜਿਹਾ, ਇਹ ਸ਼ਹੀਦੀ ਦਾ ਹੈ ਔਰ ਪ੍ਰਕਾਸ਼ ਦਾ ਹੈ, ਜਾਂ ਆਪਾਂ ਕੋਈ ਹੋਰ ਦਿਨ ਮਨਾ ਰਹੇ ਹਾਂ, ਉਹਦੇ ਮੁਤਾਬਕ ਹਰ ਇੱਕ ਚੀਜ਼ ਨੂੰ ਢਾਲ ਕੇ। ਉਹ ਜਿਹੜੀ ਢਾਡੀ ਕਲਾ ਹੈ ਜੀ, ਉਹਦੇ 'ਚ ਤੇ ਤੁਸੀਂ ਪ੍ਰਪੱਕ ਹੋ। ਜਿਹੜੀ ਅਸੀਂ ਵੈਸੇ ਗੱਲ ਕਰ ਰਹੇ ਸੀ ਜਨਰਲ, ਕਿ ਤੁਸੀਂ ਇੱਕ ਜਿਹੜਾ ਉਪਰਾਲਾ ਕੀਤਾ ਨੌਜਵਾਨੀ ਨੂੰ ਨਾਲ ਜੋੜਨ ਦਾ, ਬਿਲਕੁਲ ਜੀ, ਉਹ ਤੁਹਾਡਾ ਬਹੁਤ ਸਲਾਹੁਣਯੋਗ ਸੀ। ਵੈਸੇ ਤੇ ਢਾਡੀ ਕਲਾ ਤੇ ਚਲੋ ਤੁਹਾਡੀ ਵਿਰਾਸਤੀ ਮਹਾਰਾਜ ਦੀ ਕਿਰਪਾ, ਤੁਸੀਂ ਜਿਵੇਂ ਦੱਸਿਆ 7ਵੀਂ ਪੀੜ੍ਹੀ ਤੋਂ ਤੁਹਾਡੇ ਕੋਲ ਢਾਡੀ ਕਲਾ ਜਿਹੜੀ ਹੈ ਉਹ ਚੱਲ ਰਹੀ ਹੈ ਜੀ। ਅੱਛਾ ਜੀ ਜਥੇਦਾਰ ਜੀ, ਤੁਹਾਡੇ ਜੱਥੇ ਦੇ ਵਿੱਚ ਜਿਹੜੇ ਦੂਸਰੇ ਸਿੰਘ ਨੇ, ਆਪਾਂ ਉਹਨਾਂ ਨੂੰ ਵੀ ਸੰਗਤਾਂ ਦੇ ਰੂਬਰੂ ਕਰਾਉਂਦੇ ਜੀ। ਤੁਹਾਡੇ ਸਰੰਗੀ ਮਾਸਟਰ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਸਰਾਵਾਂ, ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ ਸਰਾਵਾਂ ਸਾਹਿਬ, ਜਿਹੜੀ ਸੰਗੀਤ ਹੈ, ਸੰਗੀਤ ਦੇ ਵਿੱਚ ਜਿਹੜਾ ਤੁਸੀਂ ਸਾਜ਼ ਵਜਾਉਂਦੇ ਹੋ, ਉਹਨੂੰ ਸਰੰਗੀ ਕਿਹਾ ਜਾਂਦਾ, ਮਤਲਬ ਇਹਨੇ 100 ਰੰਗ ਸ਼ਾਇਦ ਨਿਕਲਦੇ ਆ। ਸਭ ਤੋਂ ਜ਼ਿਆਦਾ ਔਖਾ ਔਰ ਸਭ ਤੋਂ ਜ਼ਿਆਦਾ ਇਹ ਸਾਜ਼ ਹੈ ਨਾ। ਤੇ ਤੁਸੀਂ ਵੀ ਕਿਸੇ ਢਾਡੀ ਪਰਿਵਾਰ ਨਾਲ ਸੰਬੰਧਿਤ ਸੀਗੇ, ਕਿ ਜਾਂ ਤੁਹਾਡਾ ਸ਼ੌਕ ਹੀ ਸੀਗਾ ਕਿ ਮੈਂ ਸਰੰਗੀ? ਨਹੀਂ, ਪਹਿਲੇ ਤੋਂ ਸ਼ੌਕ ਸੀ, ਪੜ੍ਹਦਾ ਤੋਂ ਹੀ ਸਰੰਗੀ ਦਾ। ਪਹਿਲਾਂ ਸਰੰਗੀ ਦਾ ਪਹਿਲਾਂ ਗਾਉਂਦੇ ਸੀਗੇ ਜੀ, ਛੋਟੇ ਹੁੰਦੇ, ਫਿਰ ਹੌਲੀ ਹੌਲੀ ਸਰੰਗੀ। ਅੱਛਾ, ਉਹ ਦੂਸਰੇ ਗੀਤ ਗਾਉਂਦੇ ਸੀ? ਹਾਂਜੀ ਹਾਂਜੀ, ਸਕੂਲਾਂ 'ਚ ਜਿਵੇਂ ਗਾਉਂਦੇ ਆ ਮੁਕਾਬਲੇ ਤੇ, ਉਹਦੇ ਬਾਅਦ ਸਰੰਗੀ ਤੇ ਫਿਰ ਜੀ ਉਸਤਾਦ ਜੀ ਮੇਰੇ ਗਿਆਨੀ ਬਲਦੇਵ ਸਿੰਘ ਜੀ ਬੱਬੀ, ਪਧੌੜ ਵਾਲੇ। ਪਧੌੜ ਵਾਲੇ, ਅੱਛਾ, ਉਹਨਾਂ ਕੋਲ? ਹਾਂਜੀ, ਵੈਸੇ ਰਹੇ ਅਲਬੇਲਾ ਸਾਹਿਬ ਕੋਲ ਹੀ। ਅਲਬੇਲਾ ਸਾਹਿਬ ਨਾਲ ਤੁਸੀਂ ਵੀ? ਹਾਂਜੀ, ਉੱਥੇ ਰਹੇ ਜੀ, ਉਹਨਾਂ ਕੋਲ ਰਹਿ ਕੇ ਸਿੱਖੇ ਜੀ। ਫਿਰ ਹੁਣ ਜੱਥੇ ਨਾਲ, ਭਾਈ ਸਾਹਿਬ ਦੇ ਜੱਥੇ ਨਾਲ ਕਿੰਨੇ ਸਾਲ ਹੋ ਗਏ ਤੁਹਾਨੂੰ? 8 ਸਾਲ ਹੋ ਗਏ। 8 ਸਾਲ, ਬਹੁਤ ਵਧੀਆ ਜੀ। ਔਰ ਤੁਹਾਡੇ ਵੀ ਤੁਸੀਂ ਜਿਹੜਾ ਰੰਗ ਭਾਈ ਸਾਹਿਬ ਉਹਨਾਂ ਨੇ ਇੱਕ ਵਿਲੱਖਣ ਰੰਗ ਢਾਡੀ ਕਲਾ ਨੂੰ ਦਿੱਤਾ, ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ। ਔਰ ਮਹਾਰਾਜ ਕਰੇ ਕਿ ਤੁਹਾਡਾ ਜਿਹੜਾ ਦਿਨ ਰਾਤ, ਦਿਨ ਦੁੱਗਣੀ ਔਰ ਰਾਤ ਚੌਗਣੀ ਤੁਹਾਡਾ ਜੱਥਾ ਜਿਵੇਂ ਕਰ ਰਿਹਾ ਐਵੇਂ ਹੀ ਕਰਦਾ ਰਹੇ, ਹੈ ਨਾ। ਧੰਨਵਾਦ ਜੀ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਤੇ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਪ੍ਰੋਗਰਾਮ ਹੀਰੇ ਕੌਮ ਦੇ ਵਿੱਚ ਪ੍ਰਸਿੱਧ ਢਾਡੀ ਗਿਆਨੀ ਬਲਜਿੰਦਰ ਸਿੰਘ ਜੀ ਬਗੀਚਾ ਜੀ ਦੇ ਜੱਥੇ ਦੇ ਨਾਲ, ਤੇ ਭਾਈ ਸਾਹਿਬ ਦੇ ਜੱਥੇ ਦੇ ਵਿੱਚ ਇੱਕ ਹੋਰ ਨੌਜਵਾਨ
ਜਿਹੜੇ ਬਹੁਤ ਹੀ ਵਧੀਆ ਗਾਉਂਦੇ ਨੇ ਉਹਨਾਂ ਨੂੰ ਤੁਹਾਨੂੰ ਮਿਲਾਉਂਦੇ ਆ। ਅਰਮਾਨਜੀਤ ਸਿੰਘ ਜੀ। ਹਾਂਜੀ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਰਮਾਨਜੀਤ ਸਿੰਘ ਜੀ, ਤੁਹਾਨੂੰ ਜਿਹੜਾ ਢਾਡੀ ਕਲਾ ਦੇ ਵਿੱਚ ਆਉਣ ਦਾ ਜਿਹੜਾ ਸ਼ੌਕ ਹੈ ਤੁਹਾਨੂੰ ਬਚਪਨ ਤੋਂ ਸੀਗੇ ਜਾਂ ਬਾਅਦ ਚ ਆਏ ਹੋ? ਬਚਪਨ ਤੋਂ ਹੀ ਸੀ। ਬਚਪਨ ਤੋਂ ਗਾਉਣ ਦਾ ਸੀਗਾ? ਗਾਉਣ ਦਾ ਹੀ ਸੀ। ਹਾਂਜੀ। ਅੱਛਾ ਜੀ। ਸਕੂਲਾਂ ਵਿੱਚ ਗਾਉਂਦੇ ਹੁੰਦੇ ਸੀ ਛੋਟੇ ਹੁੰਦੇ। ਸਕੂਲਾਂ 'ਚ ਦੂਸਰੇ ਗੀਤ ਗਾਉਂਦੇ ਸੀਗੇ ਧਾਰਮਿਕ ਗੀਤ? ਧਾਰਮਿਕ ਵੀ ਗਾਉਂਦੇ ਸੀ, ਦੂਜੇ ਵੀ ਗਾਉਂਦੇ। ਅੱਛਾ, ਪਹਿਲਾਂ ਦੂਸਰੇ ਵੀ ਗਾਉਂਦੇ। ਫਿਰ ਤੁਸੀਂ ਬਕਾਇਦਾ ਲਈ ਸਿੱਖਿਆ ਲਈ ਕਿਤੇ ਸੰਗੀਤ ਦੀ? ਹਾਂਜੀ। ਅੱਛਾ, ਕਿੰਨਾ ਕੋਲੋਂ ਲਈ? ਮੈਂ ਆਪਣੇ ਘਰ ਦੇ ਵਿੱਚ ਹੀ ਸੀਗੇ ਸਾਡੇ, ਪਹਿਲਾਂ ਮੇਰੇ ਦਾਦਾ ਜੀ ਸੀਗੇ। ਅੱਛਾ ਜੀ। ਹਾਂਜੀ। ਅੱਛਾ, ਦਾਦਾ ਜੀ ਗਾਉਂਦੇ ਹੁੰਦੇ ਸੀ। ਪਾਪਾ ਜੀ ਵੀ ਗਾਉਂਦੇ ਆ ਘਰੋਂ ਹੀ ਤੁਸੀਂ ਸੰਗੀਤ ਦੀ? ਤਾਂ ਹੀ, ਕਿਉਂਕਿ ਜਦੋਂ ਅਸੀਂ ਸੁਣ ਰਹੇ ਸੀਗੇ ਇਹਨਾਂ ਨੂੰ ਬੈਠੇ ਹੋਏ ਇੱਥੇ ਤੇ ਬੜੇ ਵਧੀਆ ਲਾਪ ਲਾ ਰਹੇ ਸੀਗੇ, ਬਹੁਤ ਵਧੀਆ ਇਹਨਾਂ ਦੀ ਆਵਾਜ਼ ਵੀ ਤੁਹਾਡੀ, ਬਹੁਤ ਮਹਾਰਾਜ ਦੀ ਕਿਰਪਾ ਜੀ, ਹੈ ਨਾ? ਬਹੁਤ ਬਹੁਤ ਧੰਨਵਾਦ ਜੀ। ਤੇ ਚਲੋ ਮਹਾਰਾਜ ਕਿਰਪਾ ਕਰੇ ਤੁਸੀਂ ਇਸੇ ਤਰ੍ਹਾਂ ਤੁਹਾਡਾ ਜੱਥਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਛਾਇਆ ਹੋਇਆ ਇਸੇ ਤਰ੍ਹਾਂ ਛਾਇਆ ਰਵੇ ਸਦੀਆਂ ਤੱਕ, ਸਾਡੀ ਇਹ ਦੁਆ ਜੀ। ਜਿਵੇਂ ਭਾਈ ਸਾਹਿਬ ਨੇ ਸ਼ੁਰੂ ਹੀ ਦੱਸਿਆ ਸੀਗਾ ਉਹਨਾਂ ਦੇ ਪਰਿਵਾਰ ਦੇ ਇਹ 3 ਭਰਾ ਮਤਲਬ ਭਾਈ ਸਾਹਿਬ ਹੁਣੀ ਨੇ। ਹਾਂਜੀ। ਸੋ ਇਹਨਾਂ ਦੇ ਭਰਾ ਜਿਹੜੇ ਭਾਈ ਮੋਹਨ ਸਿੰਘ ਜੀ ਨੇ, ਉਹ ਜਿਹੜੇ ਤਬਲਾ ਇਹਨਾਂ ਦੇ ਜੱਥੇ ਦੇ ਵਿੱਚ ਵਜਾਉਂਦੇ ਨੇ, ਉਹ ਸਾਡੇ ਨਾਲ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਬਲਜਿੰਦਰ ਸਿੰਘ ਜੀ ਹੁਣਾਂ ਨਾਲ ਜਿਵੇਂ ਆਪਾਂ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਤੁਹਾਨੂੰ ਇੱਕ ਤੇ ਪਿਤਾ ਜੀ ਦਾ ਹੁਕਮ ਸੀਗਾ ਕਿ ਢਾਡੀ ਲਾਈਨ 'ਚ ਆਉਣਾ, ਢਾਡੀ ਕਰਨਾ, ਹੈ ਨਾ? ਹਾਂਜੀ। ਤੇ ਫਿਰ ਸੰਗੀਤ ਤੇ ਤੁਹਾਨੂੰ ਜਿਵੇਂ ਦੱਸ ਰਹੇ ਸੀਗੇ ਗਿਆਨੀ ਜੀ ਕਿ ਕਾਫੀ ਤਾਲੀਮ ਦਵਾਈ, ਕਿੰਨਾ ਕੁ ਤੁਸੀਂ ਮਿਹਨਤ ਕੀਤੀ? ਤਾਲੀਮ ਸਾਡੇ ਪਿਤਾ ਜੀ ਸਾਗਰੀ ਸੀ ਜੀ ਸੰਗੀਤ ਦੇ। ਉਹ ਸੰਗੀਤ ਦੇ ਵਾਹ। ਉਹ ਕੋਈ ਵੀ ਸਾਜ਼ ਸੀ, ਤੂੰਬੀ ਤੋਂ ਲੈ ਕੇ ਜੀ, ਪੇਟੀ, ਬੈਂਜੋ, ਢੋਲਕੀ, ਤਬਲਾ, ਵਾਹ, ਸਰੰਗੀ, ਕੀ ਬਾਤ ਹੈ ਢੱਡ ਜੀ, ਸਾਰੇ ਸੰਗੀਤ ਦੇ ਮਾਹਰ ਸੀ ਜੀ। ਸਾਰੇ ਵਜਾਉਂਦੇ? ਸਾਨੂੰ ਉਹਨਾਂ ਤੋਂ ਹੀ ਤਾਲੀਮ ਸਾਰੀ ਮਿਲੀ ਹੈ ਜੀ। ਜੀ ਜੀ ਉਹ ਖਜ਼ਾਨੇ ਹੀ ਸੀਗੇ ਜੀ। ਜੀ ਜੀ। ਹਾਂਜੀ, ਬਹੁਤ ਜਾਣੀ ਕਿ ਸਾਨੂੰ ਉਹਨਾਂ ਨੇ ਤਿੰਨਾਂ ਭਰਾਵਾਂ ਨੂੰ ਹੀ ਬਹੁਤ ਮਿਹਨਤ ਕਰਾਈ ਜੀ। ਔਰ ਉਹ ਮਿਹਨਤ ਤੁਹਾਡੀ ਤੁਹਾਡੇ ਜੱਥੇ ਦੇ ਵਿੱਚੋਂ ਝਲਕਦੀ ਵੀ ਹੈ, ਕਿਉਂਕਿ ਤੁਹਾਡੀ ਸਾਰਾ ਕਿਉਂਕਿ ਕੱਲਾ ਢਾਡਾ ਔਰ ਸਰੰਗੀ ਦੇ ਨਾਲ ਗਾਉਣ ਦਾ ਜਿਹੜਾ ਟ੍ਰੈਂਡ ਸੀਗਾ, ਉਹਦੇ ਵਿੱਚ ਤਬਲੇ ਨੂੰ ਤੁਸੀਂ ਜਿਹੜਾ ਸ਼ਾਮਲ ਕੀਤਾ, ਉਹ ਵੀ ਇੱਕ ਵੱਖਰਾ ਕਾਰਜ ਕੀਤਾ ਤੁਸੀਂ, ਹੈ ਨਾ? ਉਹਨਾਂ ਦੇ ਜਿਹੜੇ ਉਸਤਾਦ ਸੀ ਨਾ ਜੀ, ਜੀ, ਗਿਆਨੀ ਦਲੀਪ ਸਿੰਘ ਜੀ, ਜੀ, ਉਹ ਬਹੁਤ ਮਾਹਰ ਸੀ ਜੀ। ਉਹ ਐਨੇ ਸੀਗਾ ਵੀ ਜਾਣੀ ਕਿ ਇੱਕ ਜਦੋਂ ਕੀਰਤਨ ਕਰਨ ਬਹਿ ਜਾਂਦੇ ਸੀ ਜੀ, ਉਹ 3-3 4-4 ਘੰਟੇ ਉੱਠਦੇ ਨਹੀਂ ਸੀ। ਵਾਹ। ਉਹੀ ਸੁਭਾਅ ਸਾਡੇ ਪਿਤਾ ਜੀ ਦਾ ਬਣਿਆ ਸੀ, ਜੀ। ਉਹੀ ਸੁਭਾਅ ਗਾਂ ਸਾਡੇ ਤੇ ਉਹਨਾਂ ਨੇ ਲਾਗੂ ਕੀਤਾ ਜੀ। ਵੀ ਪ੍ਰੋਗਰਾਮ ਚੱਲਦਾ ਰਹੇ 4-5 ਚੱਲਦਾ ਘੰਟੇ, ਰਹੇ। ਹਾਂ ਜੀ, ਕੋਈ ਫਰਕ ਨਹੀਂ, ਬਸ ਉੱਠਣਾ ਹੀ ਨਹੀਂ ਜਿੰਨਾ ਚਿਰ ਸਮਾਪਤੀ ਨਾ ਹੁੰਦੀ, ਜਿੰਨਾ ਚਿਰ ਸੰਗਤ ਨਹੀਂ ਇਜਾਜ਼ਤ ਦਿੰਦੀ, ਦੀ ਗੋਡਾ ਵੀ ਨਹੀਂ ਹਿਲਾਉਣਾ ਜੀ। ਬਹੁਤ ਬਹੁਤ ਮਹਾਰਾਜ ਦੀ ਉਹਨਾਂ ਕਿਰਪਾ ਦੀ ਜੀ। ਬਹੁਤ, ਸਾਡੇ ਪਿਤਾ ਜੀ ਦੀ ਬਹੁਤ ਦੇਣ ਹੈ ਜੀ। ਜੀ ਜੀ। ਸਾਡੇ ਘਰ ਨੂੰ ਵੀ, ਸਾਨੂੰ ਵੀ, ਨਗਰ ਨੂੰ ਵੀ ਬਹੁਤ ਦੇਣ ਹੈ ਜੀ ਉਹਨਾਂ ਦੀ। ਅੱਜ ਅਸੀਂ ਆਪਣੇ ਪ੍ਰੋਗਰਾਮ ਵਾਸਤੇ ਤੁਹਾਡੇ ਕੁਝ ਪ੍ਰਸੰਗ ਜਿਹੜੇ ਉਹ ਅਸੀਂ ਰਿਕਾਰਡ ਕਰਾਂਗੇ ਤਾਂ ਕਿ ਸੰਗਤਾਂ ਤੱਕ ਪਹੁੰਚ ਸਕਣ। ਧੰਨਵਾਦ ਤੁਹਾਡੇ ਉਸ ਰੰਗ ਦਾ ਵੀ ਆਨੰਦ ਲੈ ਸਕਣ। ਹਾਂਜੀ, ਕਿਹੜਾ ਪ੍ਰਸੰਗ ਸੰਗਤਾਂ ਦੇ ਰੂਬਰੂ ਕਰੋ? ਪਹਿਲਾਂ ਆਪਾਂ ਉਹੀ ਕਰ ਦਿੰਨੇ ਆ, ਪੱਗ ਨਾਲ ਸਿੱਖ ਸਰਦਾਰ ਲੱਗਦਾ। 14 ਸਾਲ ਪਹਿਲਾਂ ਇਹ ਰਿਕਾਰਡ ਕੀਤਾ ਸੀ ਜੀ। ਅੱਛਾ ਜੀ। ਤੇ ਅੱਜ ਤੁਹਾਨੂੰ ਫਿਰ ਉਹਦੇ ਜਿਹੜੇ ਸੁਣਾਵਾਂਗੇ। ਔਰ ਇਹ ਉਸ ਟਾਈਮ ਕਿਸੇ ਕਲਾਕਾਰ ਨੇ ਜੀ ਜਾਂ ਕਿਸੇ ਢਾਡੀ ਨੇ ਨਹੀਂ ਸੀ ਗਾਇਆ, ਜੀ ਜੀ। ਇੱਕ ਵੱਖਰਾ ਵਿਸ਼ਾ ਸੀਗਾ। ਜੀ। ਤੇ ਸਾਡੇ ਬਹੁਤ ਪਿਆਰੇ ਦੋਸਤ ਨੇ ਸੋਨੂ ਦੁੱਲੇਵਾਲਾ ਜੀ, ਤੇ ਉਹਨਾਂ ਨੇ ਗੀਤ ਲਿਖਿਆ। ਅਸੀਂ ਜਦੋਂ ਰਿਕਾਰਡ ਕਰਨ ਗਏ ਜੀ, ਇਹ ਥੋੜਾ ਜਿਹਾ ਚਮਕੌਰ ਨੇ ਇਹਦੀ ਜਿਹੜੀ ਤਰਜ ਬਣਾਈ, ਤੇ ਮੈਂ ਇਹਨੂੰ ਕਹਿਣ ਲੱਗਾ ਵੀ ਇਹ ਥੋੜੀ ਠੰਡੀ ਤਰਜ ਹੈ, ਵੀ ਇਹ ਯਾਰ ਚੱਲਣ ਵਾਲੀ ਗੱਲ ਨਹੀਂ ਲੱਗਦੀ, ਵੀ ਆਪਾਂ ਢਾਡੀਆਂ ਤੇ ਤਰਜ। ਇਹ ਕਹਿੰਦੇ ਤੂੰ ਗਾਓ ਬਸ। ਤੇ ਅਸੀਂ ਜਿਹੜਾ ਜਥੇ ਦੇ, ਬੇਸ਼ੱਕ ਮੈਂ ਜਥੇਦਾਰ ਹਾਂ, ਪਰ ਮੈਂ ਆਪਣੇ ਜਥੇ ਨੂੰ ਨਾਲ ਲੈ ਕੇ ਚੱਲਦਾ ਜਿਵੇਂ ਇਹ ਕਹਿੰਦੇ ਆ, ਕਿਉਂਕਿ ਜਿਹੜਾ ਗਾਉਣਾ ਇਹਨਾਂ ਦਾ ਕੰਮ ਹੈ। ਤੇ ਇਹ ਫਿਰ ਇਹਨਾਂ ਨੇ ਗਾਇਆ ਤੇ ਫਿਰ ਉਹ ਤਾਂ ਪੂਰੇ ਵਰਲਡ ਵਿੱਚ, ਪੂਰੀ ਦੁਨੀਆ ਦੇ ਮਾਣ ਸਨਮਾਨ ਉਸ ਗੀਤ ਨੂੰ ਤੁਹਾਡੇ ਨੂੰ ਮਿਲਿਆ ਜੀ। ਸੋ ਆਓ ਇਹਨਾਂ ਦੇ ਜਥੇ ਕੋਲੋਂ ਆਪਾਂ ਪ੍ਰਸੰਗ ਸਰਵਣ ਕਰਦੇ ਹਾਂ। ਇੱਕ ਗੁਰਸਿੱਖ ਪਰਿਵਾਰ ਦਾ ਬੱਚਾ ਕੇਸ ਕਟਾ ਕੇ ਘਰ ਆਇਆ, ਮਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਮਾਂ ਨੇ ਸੋਚਿਆ ਮੈਂ ਕਦੇ ਇਹਦੇ ਸਿਰ ਤੇ ਪਰਨਾ ਬੰਨਿਆ, ਕਦੇ ਇਹਦੇ ਸਿਰ ਤੇ ਪਟਕਾ ਬੰਨਿਆ, ਅੱਜ ਸੋਹਣੀ ਦਸਤਾਰ ਸਜਾ ਕੇ ਘਰੋਂ ਜਾਂਦਾ ਹੈ, ਅੱਜ ਇਹ ਸਿੱਖੀ ਤੋਂ ਦੂਰ ਹੋ ਕੇ ਆਇਆ। ਅੱਜ ਮੇਰਾ ਜੀਣਾ ਦੁੱਭਰ ਹੋ ਗਿਆ, ਪਰ ਪੁੱਤ ਨੂੰ ਕੁਝ ਬੋਲੀ ਨਹੀਂ ਕਿ ਜੇ ਇਹਨੂੰ ਕੁਝ ਬੋਲਿਆ ਕਿਤੇ ਘਰ ਛੱਡ ਕੇ ਨਾ ਚਲਾ ਜਾਵੇ। ਛੋਟੀ ਭੈਣ ਜਿਹੜੀ ਇਹ ਸਲਾਬ ਹਾਨ ਤੋਂ ਨਦਾਨ ਹੈ, ਭੈਣ ਨੇ ਦੇਖਿਆ ਕਿ ਅੱਜ ਮੇਰਾ ਵੀਰ ਸਿੱਖੀ ਤੋਂ ਦੂਰ ਹੋ ਕੇ ਆਇਆ। ਕੋਲ ਆਈ ਵੀਰਾ, ਜਦੋਂ ਤੇਰੇ ਸਿਰ ਤੇ ਸੋਹਣੀ ਦਸਤਾਰ ਹੁੰਦੀ, ਤੇਰੀ ਸੱਸੀ ਦਾੜੀ ਹੁੰਦੀ,
ਮੇਰੀਆਂ ਸਹੇਲੀਆਂ ਦੇਖ ਕੇ ਬੜਾ ਹੀ ਚਾਅ ਕਰਦੀਆਂ ਤੇ ਕਹਿੰਦੀਆਂ ਭੈਣੇ ਦੇਖ ਆਪਣਾ ਵੀਰਾ ਕਿੰਨਾ ਸੋਹਣਾ ਲੱਗਦਾ ਹੈ। ਜਿਹੜੀ ਗਲੀ ਥਾਣੀ ਲੰਘ ਜਾਂਦਾ ਹੈ, ਗਲੀ ਨੂੰ ਰੂਪ ਚੜ ਜਾਂਦਾ ਹੈ, ਜਿੱਥੇ ਜਾ ਕੇ ਖੜ ਜਾਂਦਾ ਹੈ ਧਰਤੀ ਨੂੰ ਭਾਗ ਲੱਗ ਜਾਂਦੇ ਨੇ। ਵੀਰਾ ਅੱਜ ਤੂੰ ਭਈਆਂ ਵਰਗੀ ਸ਼ਕਲ ਬਣਾ ਕੇ ਘਰ ਆਇਆ ਹੈ। ਜਦੋਂ ਮੇਰੀਆਂ ਸਹੇਲੀਆਂ ਨੇ ਦੇਖਿਆ ਤੈਨੂੰ ਵੀ ਤਾਨੇ ਦੇਣਗੀਆਂ, ਮੈਨੂੰ ਵੀ ਮਿਹਣੇ ਮਾਰਨਗੀਆਂ। ਲਿਆ ਆਪਣੀ ਦਸਤਾਰ, ਮੈਂ ਨਿੱਕੇ ਨਿੱਕੇ ਹੱਥਾਂ ਨਾਲ ਤੇਰੀ ਦਸਤਾਰ ਦੀ ਪੂਣੀ ਕਰਾਵਾਂ। ਤੂੰ ਚਿਣ ਚਿਣ ਕੇ ਦਸਤਾਰ ਬਨ ਕੇ ਫੇਰ ਘਰੋਂ ਬਾਹਰ ਨਿਕਲੀ। ਛੋਟੀ ਭੈਣ ਆਪਣੇ ਵੱਡੇ ਵੀਰ ਨੂੰ ਦਸਤਾਰ ਦੀ ਮਹਾਨਤਾ ਦੇ ਕੁਝ ਸ਼ਬਦ ਕਹਿ ਰਹੀ ਹੈ। ਪੰਜਾਬੀ ਦੇ ਸ਼ਾਇਰ ਨੇ ਕੁਝ ਲਾਈਨਾਂ ਲਿਖੀ ਹੈ। ਗੁਰੂ ਸਾਹਿਬ ਨੇ ਬਖਸ਼ੀ ਦਸਤਾਰ ਜਿਹੜੀ, ਬਹੁਤ ਅੱਛੇ ਭਾਈਓ, ਗੁਰੂ ਸਾਹਿਬ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਏ। ਖਾਲਸਾ ਜੀ ਸਾਡੀ ਆਨ ਹੋ, ਸਾਡੀ ਸ਼ਾਨ ਹੋ, ਸਾਡੀ ਪੰਥ ਕਵਾਜੇ। ਖਾਲਸਾ ਜੀ ਲਹੂ ਪਿੱਜੇ ਇਤਿਹਾਸ ਤੋਂ ਪਤਾ ਲੱਗਦਾ ਹੈ ਸਾਡੀ ਸਿੱਖੀ ਦਾ ਰਾਜ ਹੈ। ਖਾਲਸਾ ਜੀ ਛੋਟੀ ਭੈਣ ਆਪਣੇ ਵੱਡੇ ਵੀਰੇ ਨੂੰ ਦਸਤਾਰ ਦੀ ਮਹਾਨਤਾ ਇੰਜ ਕਹਿ ਰਹੀ ਹੈ। ਜੱਗ ਤੇ ਨਾ ਹੁੰਦੀ ਪਹਿਚਾਨ ਬੰਦਾ, ਪੱਗ ਨਾਲ ਸਿੱਖ ਸਰਦਾਰ ਲੱਗਦਾ। ਪੱਗ ਬਿਨਾ ਜੱਗ ਤੇ ਨਾ ਹੁੰਦੀ ਪਹਿਚਾਨ ਬੰਦਾ, ਪੱਗ ਨਾਲ ਸਿੱਖ ਸਰਦਾਰ ਲੱਗਦਾ। ਅੱਛਾ ਜਥੇਦਾਰ ਜੀ, ਪ੍ਰੋਗਰਾਮ ਗੱਲਾਂ ਬਾਤਾਂ ਚੱਲਦੇ ਨਾਲ ਨਾਲ ਆਪਾਂ ਜਿਵੇਂ ਸੰਗਤ ਨਾਲ ਵਾਅਦਾ ਕੀਤਾ ਸੀ ਉਹਨਾਂ ਨੂੰ ਆਪਾਂ ਤੁਹਾਡੇ ਪ੍ਰਸੰਗ ਵੀ ਸੁਣਾਉਣੇ ਆ, ਕਿਉਂਕਿ ਉਹ ਜਦੋਂ ਤੁਸੀਂ ਸਾਹਮਣੇ ਆਏ ਹੋ ਤੇ ਉਹਨਾਂ ਨੇ ਉਹ ਸੁਣੇ ਤੋਂ ਬਿਨਾਂ ਰਹਿਣਾ ਨਹੀਂ। ਹੋਰ ਦੂਸਰਾ ਪ੍ਰਸੰਗ ਕਿਹੜਾ ਆਪਾਂ ਸੰਗਤ ਦੇ ਰੂਬਰੂ ਕਰਾਂਗੇ? ਰੂਬਰੂ ਕਰਾਂਗੇ ਜੀ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਦੀ ਧਰਤੀ ਦੇ ਸਨ ਜੀ, ਤੇ ਉਹਨਾਂ ਨੂੰ ਉਹਨਾਂ ਦੀ ਵੱਡੀ ਭੈਣ ਭੈਣ ਨਾਨਕੀ ਨੇ ਇੱਕ ਬੇਨਤੀ ਕੀਤੀ, ਇੱਕ ਬੜੇ ਤਰੀਕੇ ਦੇ ਨਾਲ। ਮੇਰੇ ਉਸਤਾਦ ਗਿਆਨੀ ਗੁਰਬਖਸ਼ ਸਿੰਘ ਜੀ ਅਲਵੇਲਾ ਸਾਹਿਬ ਨੇ ਉਹ ਲਾਈਨਾਂ ਨੂੰ ਕਲਮਬੰਦ ਕੀਤਾ। ਬੜੇ ਇੱਕ ਜਿਸ ਤਰ੍ਹਾਂ ਅੱਗੇ ਸਿਆਣੀਆਂ ਸਚਿਆਰੀਆਂ ਮਾਵਾਂ ਨੇ ਘਰ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਂਦੀਆਂ, ਤੇ ਅੱਜ ਦੇ ਸਲੀਕੇ ਤਾਂ ਕੁਝ ਹੋਰ ਨੇ। ਅੱਜ ਤਾਂ ਸ਼ਬਦ ਹੀ ਨਹੀਂ ਲੱਭਦੇ ਜਿਹੜੇ ਮਾਵਾਂ ਨੂੰ ਜਾਂ ਪਰਿਵਾਰਾਂ ਦੇ ਮੁਖੀਆਂ ਨੂੰ ਵੀ ਕਿਹੜੇ ਤਰੀਕੇ ਨਾਲ ਸਾਰੇ ਪਰਿਵਾਰ 'ਚ ਬੈਠਿਆਂ ਇਹ ਗੱਲ ਕਰਨੀ ਹੈ। ਤਾਂ ਅਲਵੇਲਾ ਸਾਹਿਬ ਜੀ ਨੇ ਉਹਦੇ ਬੋਲ ਸੀਗੇ, ਮੁਖੜਾ ਭਤੀਜੇ ਦਾ ਦਿਖਾ ਦੇ ਵੀਰਾ ਨਾਨਕਾ। ਉਹ ਇਤਿਹਾਸਕ ਗੀਤ ਹੈ, ਬਹੁਤ ਬਾਕਮਾਲ। ਸਰਵਣ ਕਰਦੇ ਇਹਨਾਂ ਦੇ ਕੋਲੋਂ ਉਹ ਪ੍ਰਸੰਗ। ਸੁਲਤਾਨਪੁਰ ਦੀ ਧਰਤੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹ ਸਥਾਨ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਘਰ ਬੇਬੇ ਨਾਨਕੀ ਸਵਾਈਮਾਨ ਹੈ। ਮੇਰੇ ਸ਼ਹਿਨशाह ਨੂੰ ਯਾਦ ਕੀਤਾ ਹਜੂਰ ਪਾਤਸ਼ਾਹ ਦੀ ਵੱਡੀ ਭੈਣ ਭੈਣ ਨਾਨਕੀ ਨੇ। ਗੁਰੂ ਨਾਨਕ ਦੇ ਦਰ ਦੇ ਪਹਿਲੇ ਸਿੱਖ ਮਨ ਵਿਰਾਗ ਵਿੱਚ ਆ ਗਿਆ। ਮੇਰੇ ਸਹਿਬੇ ਕਮਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਸ ਚੰਦੋ ਰਾਣੀ ਨੇ ਕੁਝ ਤਾਨੇ ਦਿੱਤੇ ਹਜੂਰ ਪਾਤਸ਼ਾਹ ਦੀ ਵੱਡੀ ਭੈਣ ਭੈਣ ਨਾਨਕੀ ਨੂੰ, ਤੇ ਭੈਣ ਨਾਨਕੀ ਆਪਣੀ ਮਾਸੀ ਨੂੰ ਕੁਝ ਨਹੀਂ ਬੋਲੀ। ਮਨ ਵਿੱਚ ਵਿਰਾਗ ਆ ਗਿਆ, ਚੋਜੀ ਪ੍ਰੀਤਮ ਨੂੰ ਯਾਦ ਕੀਤਾ। ਮੇਰੇ ਸ਼ਹਿਨशाह ਮੋਦੀ ਖਾਨੇ ਨੂੰ ਬੰਦ ਕਰਕੇ ਗੁਰੂ ਨਾਨਕ ਦੇ ਦਰ ਦੇ ਪਹਿਲੇ ਸਿੱਖ ਆਪਣੀ ਵੱਡੀ ਭੈਣ ਨੂੰ ਮਿਲਣ ਵਾਸਤੇ ਗਏ। ਹਜੂਰ ਪਾਤਸ਼ਾਹ ਨੂੰ ਆਉਂਦਿਆਂ ਦੇਖ ਕੇ ਪਲੰਗ ਖਿੱਚ ਕੇ ਨੇੜੇ ਕੀਤਾ। ਮੇਰੇ ਸ਼ਹਿਨशाह ਪਲੰਗ ਤੇ ਸਵਾਈਮਾਨ ਨੇ ਕੋਲ ਪੀੜਾ ਢਾ ਕੇ ਹਜੂਰ ਪਾਤਸ਼ਾਹ ਦੀ ਵੱਡੀ ਭੈਣ ਭੈਣ ਨਾਨਕੀ ਬੈਠੇ ਨੇ। ਇੱਕ ਬੇਨਤੀ ਕੀਤੀ ਜਾ ਰਹੀ ਹੈ, ਮੇਰੇ ਸ਼ਹਿਨशाह ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ
ਕੀ ਬੇਨਤੀ ਕੀਤੀ ਜਾ ਰਹੀ ਹੈ ਉਹਨਾਂ ਲੈਣਾ ਨੂੰ ਭਾਈ ਚਮਕੌਰ ਸਿੰਘ ਭਾਈ ਰੂਪਾ, ਅਰਮਾਨਜੀਤ ਸਿੰਘ ਭਾਈ ਰੂਪਾ, ਸਰੰਗੀ ਮਾਸਟਰ ਜਸਵਿੰਦਰ ਸਿੰਘ ਸਰਾਵਾ, ਤਬਲਾ ਮਾਸਟਰ ਮੋਹਨ ਸਿੰਘ, ਬਲਜਿੰਦਰ ਸਿੰਘ ਬਗੀਚਾ, ਭਾਈ ਰੂਪੇਵਾਲ ਦਾ ਢਾਡੀ ਜੱਥਾ, ਪੂਜਾ ਉਸਤਾਦ ਗਿਆਨੀ ਗੁਰਬਖਸ਼ ਸਿੰਘ ਜੀ ਅਲਬੇਲਾ ਸਾਹਿਬ ਦੀਆਂ ਕਲਮ ਬੰਦ ਕੀਤੀਆਂ ਕੁਝ ਲੈਣਾ ਨੂੰ ਢਾਡੀ ਜੱਥਾ ਇੰਜ ਬੇਨਤੀ ਕਰ ਰਿਹਾ। ਖੈਰ ਮੇਰੀ ਝੋਲੀ ਵਿੱਚ ਪਾ ਦੇ ਵੀਰਾ ਨਾਨਕਾ, ਖੈਰ ਮੇਰੀ ਝੋਲੀ ਵਿੱਚ ਪਾ ਦੇ ਵੀਰਾ ਨਾਨਕਾ, ਮੁਖੜਾ ਭਤੀਜੇ ਦਾ ਦਿਖਾ ਦੇ ਵੀਰਾ ਨਾਨਕਾ, ਮੁਖੜਾ ਭਤੀਜੇ ਦਾ ਦਿਖਾ ਦੇ ਵੀਰਾ ਨਾਨਕਾ। ਤੇਰੇ ਜਾਨ ਨਾਲ ਜੋ ਦਾਤਾਂ ਮਿਲਦੀਆਂ ਸਭ ਨੂੰ, ਕਰਾਂ ਅਰਜ਼ੋਈ ਤਾਈਂ ਸੋਹਣੇ ਵੀਰ ਰੱਬ ਨੂੰ। ਤੇਰੇ ਜਾਨ ਨਾਲ ਜੋ ਦਾਤਾਂ ਮਿਲਦੀਆਂ ਸਭ ਨੂੰ, ਕਰਾਂ ਅਰਜ਼ੋਈ ਤਾਈਂ ਸੋਹਣੇ ਵੀਰ ਰੱਬ ਨੂੰ। ਮੇਰੇ ਉੱਤੇ ਕਰਮ ਕਮਾ ਦੇ ਵੀਰਾ ਨਾਨਕਾ, ਮੇਰੇ ਉੱਤੇ ਕਰਮ ਕਮਾ ਦੇ ਵੀਰਾ ਨਾਨਕਾ, ਮੁਖੜਾ ਭਤੀਜੇ ਦਾ ਦਿਖਾ ਦੇ ਵੀਰਾ ਨਾਨਕਾ, ਮੁਖੜਾ ਭਤੀਜੇ ਦਾ ਦਿਖਾ ਦੇ ਵੀਰਾ ਨਾਨਕਾ। ਗਿਆਨੀ ਜੀ, ਆਪਾਂ ਜਦੋਂ ਬੈਠੇ ਸੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੈਸੇ ਬੈਠੇ ਸੀ, ਤੁਸੀਂ ਇੱਕ ਬਹੁਤ ਹੀ ਪਿਆਰੀ ਕਵਿਤਾ ਦਾ ਜ਼ਿਕਰ ਕਰ ਰਹੇ ਸੀ, ਛੱਡ ਦਿਓ ਡੋਰਾਂ ਸਤਿਗੁਰ ਤੇ। ਹਾਂਜੀ ਹਾਂਜੀ, ਉਹ ਵੀ ਆਪਾਂ ਉਹ ਇੱਕ ਸਾਡੇ ਨਗਰ ਦਾ ਲੇਖਕ ਹੈ ਜੀ। ਸੁੱਖਾ ਭਾਈ ਰੂਪਾ ਜੀ। ਉਹਨਾਂ ਨੇ ਬਹੁਤ ਸਾਰੇ ਪੰਜਾਬੀ ਗੀਤ ਵੀ ਲਿਖੇ ਨੇ ਜੀ ਜੀ ਤੇ ਇਤਿਹਾਸਕ ਗੀਤ ਵੀ। ਉਹਨਾਂ ਦੀ ਕਲਮ 'ਚ ਬੜਾ ਦਮ ਹੈ, ਸਾਡੇ ਜੀ। ਬਹੁਤ ਕਰੀਬੀ ਦੋਸਤ ਨੇ। ਜੀ ਸੋ ਉਹਨਾਂ ਨੇ ਉਹ ਗੀਤ ਲਿਖਿਆ ਹੈ ਤੇ ਉਹਦੇ ਵਿੱਚ ਇੱਕ ਇਹ ਬੜੀ ਇੱਕ ਅਹਿਮ ਜਿਹੜੀ ਚੀਜ਼ ਜਿਹੜੀ ਵੀ ਮਨੁੱਖ ਜਿਹੜੀ ਕੋਈ ਵੀ ਪਰਿਸਥਿਤੀ ਆਉਂਦੀ ਹੈ, ਹਰ ਪਰਿਸਥਿਤੀ 'ਚ ਡੋਲ ਜਾਂਦਾ ਹੈ। ਜੀ। ਗੁਰੂ ਤੋਂ ਜਿਹੜਾ ਬੰਦੇ ਦਾ ਸਿਦਕ ਜਿਹੜਾ ਹੈ ਉਹ ਡੋਲ ਜਾਂਦਾ ਹੈ। ਉਹ ਵੱਡੇ ਵੱਡੇ ਵੀ ਆਪਾਂ ਦੇਖ ਲਓ ਵੀ ਆਪਾਂ ਵਿਦਵਾਨ ਬੰਦੇ ਵੀ ਦੇਖਦੇ ਹਾਂ, ਕਈ ਵਾਰ ਈਵਨ ਇੱਥੋਂ ਤੱਕ ਕਿ ਸੰਤ ਮਹਾਂਪੁਰਸ਼ ਵੀ ਡੋਲ ਜਾਂਦੇ ਆ। ਪਰ ਉਹਨਾਂ ਨੇ ਮਤਲਬ ਉਹ ਗੀਤ ਦੇ ਬੋਲ ਐਸੇ ਨੇ, ਉਹਦੇ ਵਿੱਚ ਇੱਕ ਇੱਕ ਗੱਲ ਵੀ ਤੂੰ ਪਰਮਾਤਮਾ ਤੇ ਡੋਰ ਛੱਡ ਦੇ ਤੇ ਫਿਰ ਆਪਣੀ ਜ਼ਿੰਦਗੀ ਦਾ ਨਜ਼ਾਰਾ ਦੇਖੀ। ਵੀ ਜਦੋਂ ਤੂੰ ਹਰ ਇੱਕ ਚੀਜ਼ ਪਰਮਾਤਮਾ ਦੇ ਹੱਥ ਵਿੱਚ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਗੁੱਡੇ ਗੁੱਡੀਆਂ ਦਾ ਮਦਾਰੀ ਅੱਗੇ ਖੇਡ, ਉਹਦੇ ਹੱਥ 'ਚ ਡੋਰ ਹੁੰਦੀ ਸੀ, ਉਹ ਜਿਵੇਂ ਨਚਾਉਂਦਾ ਹੋਵੇ ਨੱਚਦੀ। ਤੇ ਜੇ ਕਿਤੇ ਐ ਆਪਣੇ ਜੀਵਨ ਨੂੰ ਤੂੰ ਪਰਮਾਤਮਾ ਦੇ ਸਾਹਮਣੇ ਰੱਖ ਦੇ ਤੇ ਫਿਰ ਜ਼ਿੰਦਗੀ ਦਾ ਨਜ਼ਾਰਾ ਜਿਹੜਾ ਉਹ ਬਿਲਕੁਲ ਜੀ। ਔਰ ਇਹਨਾਂ ਕੋਲੋਂ ਇੱਕ ਬੜੀ ਵਿਲੱਖਣ ਜੀ ਕੰਪੋਜੀਸ਼ਨ ਜਿਵੇਂ ਭਾਈ ਸਾਹਿਬ ਅਕਸਰ ਚਮਕੌਰ ਸਿੰਘ ਜੀ ਬਣਾਉਂਦੇ ਵੀ ਨੇ, ਤੇ ਉਹ ਇਹਨਾਂ ਕੋਲੋਂ ਆਪਾਂ ਸੁਣਦੇ ਆਂ ਇਹ ਗੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇਹ ਬਖਸ਼ਿਸ਼ ਕਰਦੀ ਹੈ, ਮੇਰੇ RAM ਰਾਏ ਜਿਉਂ ਰਾਖੇ ਤਿਉਂ ਰਹੀਏ। ਸਾਹਿਬ ਬਖਸ਼ਿਸ਼ ਕਰਦੇ ਨੇ, ਐ ਮਨੁੱਖ ਹਮੇਸ਼ਾ ਸਤਿਗੁਰੂ ਦੀ ਰਜ਼ਾ ਵਿੱਚ ਰਾਜੀ ਰਹਿ, ਚਾਹੇ ਲਾਭ ਹੈ, ਹਾਨ ਹੈ, ਬਿਮਾਰੀ ਹੈ, ਤੰਦਰੁਸਤੀ ਹੈ, ਸੁੱਖ ਹੈ, ਦੁੱਖ ਹੈ, ਮਿਲਣਾ ਹੈ, ਵਿਛੜਨਾ ਹੈ, ਜਨਮ ਹੈ, ਮੌਤ ਹੈ, ਖੁਸ਼ੀ ਹੈ, ਗਮੀ ਹੈ, ਅਮੀਰੀ ਹੈ, ਗਰੀਬੀ ਹੈ। ਜ਼ਿੰਦਗੀ ਦੀ ਹਰ ਪਰਿਸਥਿਤੀ ਦੇ ਵਿੱਚ ਹਮੇਸ਼ਾ ਸਤਿਗੁਰੂ ਦੇ ਸ਼ੁਕਰ ਵਿੱਚ ਰਹਿ। ਗਰੀਬ ਨਵਾਜ਼ ਰਹਿਮਤ ਕਰਦੇ, ਜੋ ਰਾਜ ਦੇਤਾ ਕਬਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਸਤਿਗੁਰੂ ਜੀ ਦੇ ਮਹਾਨ ਬਖਸ਼ੇ ਇਹ ਸਿਧਾਂਤ ਦੇ ਖਿਆਲਾਂ ਦੀ ਤਰਜਮਾਨੀ ਕਰਦੀ ਮਨੁੱਖ ਦੀ ਜ਼ਿੰਦਗੀ ਨੂੰ ਸੰਬੋਧਨ ਕਰਦੀਆਂ ਕੁਝ ਲੈਣਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਇੰਜ ਬੇਨਤੀ ਕਰਦਾ ਮੇਰੀ ਮੇਰੀ ਕਰਦਾ ਫਿਰਦਾ ਸਭ ਕੁਝ ਜਿੱਤ ਕੇ ਹਰਦਾ ਫਿਰਦਾ। ਮੇਰੀ ਮੇਰੀ ਕਰਦਾ ਫਿਰਦਾ ਸਭ ਕੁਝ ਜਿੱਤ ਕੇ ਹਰਦਾ ਫਿਰਦਾ। ਇਸ ਤਰ੍ਹਾਂ ਨਹੀਂ ਹੋਣਾ ਤੇਰਾ, ਇਸ ਤਰ੍ਹਾਂ ਨਹੀਂ ਹੋਣਾ ਤੇਰਾ, ਪਾਰ ਉਤਾਰਾ ਜ਼ਿੰਦਗੀ
ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਹੋ ਨਾਨਕ ਦਾ ਦਰ ਸੱਚ ਦਾ ਕੇਂਦਰ ਦੁੱਖ ਤਕਲੀਫਾਂ ਹਰਦਾ ਪਿੰਗਲੇ ਵਰਗੇ ਚੱਲਣ ਲੱਗ ਜਾਣ ਰੀਠੇ ਮਿੱਠੇ ਕਰਦਾ ਪਿੰਗਲੇ ਵਰਗੇ ਚੱਲਣ ਲੱਗ ਜਾਣ ਰੀਠੇ ਮਿੱਠੇ ਕਰਦਾ। ਉਸ ਦੀ ਕਿਰਪਾ ਦੇ ਨਾਲ ਖਿੜਦੇ ਉਸ ਦੀ ਕਿਰਪਾ ਦੇ ਨਾਲ ਖਿੜਦੇ ਉਸ ਦੀ ਕਿਰਪਾ ਦੇ ਨਾਲ ਖਿੜਦੇ ਰੰਗ ਨਿਆਰਾ ਜ਼ਿੰਦਗੀ ਦਾ। ਤੂੰ ਛੱਡ ਦੇ ਢੋਰਾ ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਤੂੰ ਛੱਡ ਦੇ ਢੋਰਾ ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਤਕੜੇ ਮਾਰੇ ਵਾਲਾ ਦਿਲ ਚੋਂ ਭੇਦਭਾਵ ਜਦ ਮੁੱਕ ਜੂ ਏਕ ਨੂਰ ਤੇ ਸਭ ਜਗ ਪੁਜਾ ਇਹ ਗੱਲ ਇੱਥੇ ਰੁਕ ਜੂ ਏਕ ਨੂਰ ਤੇ ਸਭ ਜਗ ਪੁਜਾ ਇਹ ਗੱਲ ਇੱਥੇ ਰੁਕ ਜੂ। ਫੇਰ ਮਿਲੂਗਾ ਬੰਦਿਆ ਤੈਨੂੰ ਫੇਰ ਮਿਲੂਗਾ ਬੰਦਿਆ ਤੈਨੂੰ ਅਸਲ ਕਿਨਾਰਾ ਜ਼ਿੰਦਗੀ ਦਾ। ਤੂੰ ਛੱਡ ਦੇ ਢੋਰਾ ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਤੂੰ ਛੱਡ ਦੇ ਢੋਰਾ ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਉਹ ਸੁਖਿਆ ਜਿੰਦ ਅਮਾਨ ਤੇ ਉਸ ਦੀ ਇਹ ਸਭ ਉਸ ਦਾ ਪਾਣਾ ਜਲ ਜਗ ਤੋਂ ਕੁਝ ਲੈ ਨਹੀਂ ਜਾਣਾ ਤਾਂ ਕਿਉਂ ਜਾ ਤਾਣਾ ਜਲ ਜਗ ਤੋਂ ਕੁਝ ਲੈ ਨਹੀਂ ਜਾਣਾ ਤਾਂ ਕਿਉਂ ਜਾ ਤਾਣਾ। ਭਾਈ ਰੂਪੇ ਮਿਲਣਾ ਨਹੀਂ ਏ ਭਾਈ ਰੂਪੇ ਮਿਲਣਾ ਨਹੀਂ ਏ ਭਾਈ ਰੂਪੇ ਮਿਲਣਾ ਨਹੀਂ ਏ ਜਨਮ ਦੁਬਾਰਾ ਜ਼ਿੰਦਗੀ ਦਾ। ਤੂੰ ਛੱਡ ਦੇ ਢੋਰਾ ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਤੂੰ ਛੱਡ ਦੇ ਢੋਰਾ ਸਤਿਗੁਰ ਤੇ ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਫੇਰ ਵੇਖ ਨਜ਼ਾਰਾ ਜ਼ਿੰਦਗੀ ਦਾ। ਅੱਛਾ ਜੈਦਾਰ ਜੀ, ਮੌਜੂਦਾ ਜਿਹੜੀਆਂ ਸਾਡੀਆਂ ਕੁਰੀਤੀਆਂ ਨੇ ਇਹਨਾਂ ਦੇ ਬਾਰੇ ਤੇ ਤੁਸੀਂ ਬਹੁਤ ਗੀਤ ਜਿਹੜੇ ਉਹ ਪੇਸ਼ ਕੀਤੇ ਨੇ, ਸੰਗਤਾਂ ਨੇ ਪਿਆਰ ਵੀ ਦਿੱਤਾ, ਪੁਰਾਤਨ ਇਤਿਹਾਸ ਵੀ ਤੁਸੀਂ ਜਿਹੜਾ ਸੰਗਤਾਂ ਦੇ ਰੂਬਰੂ ਕੀਤਾ, ਉਹਨੂੰ ਸੰਗਤਾਂ ਨੇ ਬਹੁਤ ਪਿਆਰ ਦਿੱਤਾ। ਲੇਕਿਨ ਤੁਹਾਡੀਆਂ ਜੋਸ਼ੀਲੀਆਂ ਕਵਿਤਾਵਾਂ ਵੀ ਜਿਹੜੀਆਂ ਨੇ, ਜਿਹੜੀਆਂ ਆਪਾਂ ਕਹਿ ਸਕਦੇ ਨੇ, ਜਾਂ ਜਿਹੜੀਆਂ ਸਿੱਖ ਸੰਘਰਸ਼ ਨਾਲ ਸੰਬੰਧਿਤ ਰਹੀਆਂ ਨੇ, ਉਹ ਵੀ ਬੜੀਆਂ ਰਹੀਆਂ ਨੇ। ਕੋਈ ਇਹੋ ਜੀ ਹੋਰ ਰਚਨਾ ਵੀ ਸੰਗਤਾਂ ਦੇ ਰੂਬਰੂ? ਹਾਂਜੀ, ਬਹੁਤ ਸਾਰੇ ਅਸੀਂ ਜਿਹੜੇ ਸਮੇਂ-ਸਮੇਂ ਗੀਤ ਕੀਤੇ। ਜਦੋਂ ਪੰਜਾਬ ਦੇ ਵਿੱਚ ਚਿੱਟੇ ਦਾ ਦੌਰ ਆਇਆ ਜੀ ਤਾਂ ਅਸੀਂ ਗੀਤ ਕੀਤਾ ਚਿੱਟਾ ਲੀਡਰਾਂ ਸ਼ਰਾਬ ਸਾਦਾ ਮਸਤਾਂ ਨੇ ਜੀ ਜੀ ਪੱਟ ਸੁੱਟਿਆ ਕੌਮ ਨੂੰ ਖਾ ਕੇ। ਤੇ ਇੱਕ ਅਸੀਂ ਗੀਤ ਕੀਤਾ ਸੀ ਸਿਰ ਤੇ ਦੁਪੱਟਾ ਲੈ ਲਾ ਭੈਣੇ ਮੇਰੀਏ ਅਣਖ ਪੰਜਾਬਣਾਂ ਦੀ ਪੱਲੂ ਸਿਰ ਦਾ, ਜਦੋਂ ਸਾਡੀਆਂ ਬੱਚੀਆਂ ਪੱਛਮੀ ਪ੍ਰਭਾਵ ਥੱਲੇ ਆਈਆਂ ਜੀ। ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜੀ। ਬਾਈਬਲ ਕਲਾਂ ਜਾਂ ਇਹ ਬਰਗਾੜੀ, ਇੱਥੇ ਇਹ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਜੀ। ਤੇ ਉੱਥੇ ਇਹ ਚਮਕੌਰ ਨੇ ਗੀਤ ਲਿਖਿਆ। ਗੀਤ ਤਕਰੀਬਨ ਸਾਰੀ ਸੋਧ ਜਾਂ ਜਿਹਦਾ ਮੈਟਰ ਹੈ ਇਹ ਹੀ ਲਿਖਦਾ ਜ਼ਿਆਦਾਤਰ। ਜਿਹੜੇ ਇਹੋ ਜਿਹੇ ਜਿਹੜੇ ਗੀਤ ਨੇ, ਜਿੱਦਾਂ ਉਹ ਹਰ ਗੀਤ ਦੇ ਵਿੱਚ ਲੇਖਕ ਸਾਨੂੰ ਦਿੰਦੇ ਸਾਡੇ ਦੋਸਤ, ਉਹਨਾਂ ਵਿੱਚ ਸੋਧ ਕਰਨੀ ਜਾਂ ਉਹਨਾਂ ਵਿੱਚ ਹੋਰ ਵਜਨ ਪਾਉਣਾ ਜਾਂ ਇਤਿਹਾਸਕ ਤੱਥ ਪਾਉਣੇ, ਉਹ ਸਾਰਾ ਇਹਨਾਂ ਦਾ ਕੰਮ ਹੈ। ਇਹਨਾਂ ਨੇ ਗੀਤ ਲਿਖਿਆ
ਜੇ ਕੋਈ ਪੰਗਾ ਪੈ ਗਿਆ ਤਾਂ ਅੱਤਵਾਦੀ ਕਹਿਣਗੇ, ਹੁਣ ਚੁੱਪ ਕੀਤਿਆਂ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ। ਇਹ ਗੀਤ ਦੇ ਵਿੱਚ ਇੱਕ ਇੱਕ ਪਹਿਰੇ ਦੇ ਵਿੱਚ ਇੱਕ ਇੱਕ ਇਤਿਹਾਸ, ਜਿਹੜੀ ਇੱਕ ਇੱਕ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਅੱਜ ਤੱਕ ਸਿੱਖ ਕੌਮ ਨਾਲ ਜਿਹੜੀਆਂ ਵਧੀਕੀਆਂ ਹੋਈਆਂ, ਚਾਹੇ ਸਾਨੂੰ ਜਰਾਇਮ ਪੇਸ਼ਾ ਕੌਮ ਕਿਹਾ, ਚਾਹੇ ਸਾਡੇ ਬੱਚੇ ਜਿਹੜੇ 1978 ਦੇ ਵਿੱਚ ਨੈਕਸਲੇਟ ਕਹਿ ਕੇ ਮਾਰੇ, ਚਾਹੇ ਕਾਰਗਿਲ ਦੀ ਗੱਲ ਹੋਈ, ਚਾਹੇ 1984 ਦੀ ਗੱਲ ਹੋਈ, ਚਾਹੇ ਉਸ ਤੋਂ ਬਾਅਦ ਜਿਹੜੀਆਂ ਸਾਡੇ ਨਾਲ ਦਿੱਲੀ ਦੇ ਬਾਜ਼ਾਰਾਂ ਵਿੱਚ ਸਾਡੀ ਇੱਜ਼ਤ ਰੋਲੀ ਗਈ। ਤੇ ਉਹਦਾ ਇਹ ਸੀ ਭਾਵ ਗੀਤ ਦਾ ਵੀ ਸਿੱਖ ਕੌਮ ਇੰਨੇ ਤਕਲੀਫਾਂ ਝੱਲ ਕੇ, ਇੰਨੇ ਵਾਰ ਝੱਲ ਕੇ ਵੀ ਇਸ ਦੇਸ਼ ਲਈ ਵਫਾਦਾਰ ਹੈ। ਅਸੀਂ ਚੁੱਪ ਸਭ ਕੁਝ ਜਰ ਰਹੇ ਹਾਂ ਤੇ ਹੁਣ ਸਾਨੂੰ ਚੁੱਪ ਕੀਤਿਆਂ ਨੂੰ ਸਾਡੇ ਗੁਰੂ ਤੇ ਅਟੈਕ ਕੀਤਾ ਵੀ ਹੁਣ ਚੁੱਪ ਕੀਤੇ ਰਹਿਣ ਨਹੀਂ ਦਿੰਦੇ, ਅਖੀਰ ਕਰਤੀ। ਤੇ ਜੇ ਸਾਡੇ ਬੱਚਿਆਂ ਨੇ ਹੱਕ ਮੰਗ ਲਿਆ, ਅੱਜ ਸਾਡੇ ਬੱਚੇ ਦੇਖੋ ਹੱਕ ਮੰਗਣ ਲਈ ਦਿੱਲੀ ਗਏ ਆ, ਤਾਂ ਕੀ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ? ਉਹਨਾਂ ਨੂੰ ਪੁੱਛਦੇ ਵੀ ਤੁਹਾਡੇ ਲੰਗਰਾਂ ਚੋਂ ਪੈਸਾ ਕਿੱਥੇ ਆਉਂਦਾ? ਇਹ ਸਾਰੀਆਂ ਚੀਜ਼ਾਂ ਉਹਦੇ ਤੇ ਅਸੀਂ ਗੀਤ ਕੀਤਾ। ਜੇ ਕੋਈ ਪੰਗਾ ਪੈ ਗਿਆ ਤਾਂ ਅੱਤਵਾਦੀ ਕਹਿਣਗੇ, ਹੁਣ ਚੁੱਪ ਕੀਤਿਆਂ ਨੂੰ ਚੁੱਪ ਵੀ ਨਹੀਂ ਰਹਿਣ ਦਿੰਦੇ। ਅਸੀਂ ਕਿਸਾਨੀ ਸੰਘਰਸ਼ ਲਈ ਗੀਤ ਕੀਤਾ, ਜਿਹੜੇ ਦਾਲ ਚੌਲ ਰੋਟੀ ਖਾਵੇਂ ਦਿੱਲੀਏ, ਧਰਨਿਆਂ ਤੇ ਬੈਠੇ ਜੋ ਕਿਸਾਨ ਪਾਲਦੇ, ਵੀ ਜਿਹੜੇ ਤੂੰ ਪਕਵਾਨ ਖਾਣੇ ਹੈ ਇਹ ਸਾਡੇ ਇਹ ਜਿਹੜੇ ਧਰਨਿਆਂ ਤੇ ਬੈਠੇ ਆ ਨਾ, ਇਹਨਾਂ ਨੇ ਪੈਦਾ ਕੀਤੇ। ਚਾਹੇ ਗਰੀਬ ਦੇ ਘਰੇ ਰੋਟੀ ਹੈ, ਚਾਹੇ 5 ਸਟਾਰ ਚਾਹੇ ਮਹਾਰਾਜੇ ਦੇ ਮਹਿਲ ਚ ਹੈ, ਹਰ ਜਿਹੜੀ ਰੋਟੀ ਹੈ ਉਹ ਕਿਸਾਨ ਪੈਦਾ ਕਰਦਾ। ਇਹ ਤੁਹਾਡੀ ਬੜੇ ਜੱਥੇ ਦੀ ਖੂਬਸੂਰਤੀ ਹੈ ਜੀ ਕਿ ਜਿਹੜਾ ਵੀ ਕਰੰਟ ਮੁੱਦਾ ਹੁੰਦਾ, ਜਿਹੜਾ ਵੀ ਕੋਈ ਮੁੱਦਾ ਚੱਲ ਰਿਹਾ ਹੁੰਦਾ, ਉਹਨੂੰ ਤੁਸੀਂ ਨਾਲ ਦੀ ਨਾਲ ਉਹਦੇ ਬਾਰੇ ਗੱਲ ਜ਼ਰੂਰ ਕਰਦੇ ਆ। ਬਿਲਕੁਲ, ਜਦੋਂ ਕੇਸਰੀ ਨਿਸ਼ਾਨ ਦੀ ਗੱਲ ਆਈ ਤੇ ਇਹ ਚਮਕੌਰ ਨੇ ਗੀਤ ਲਿਖਿਆ, ਦਿੱਲੀਏ ਤੋਂ ਸਾਨੂੰ ਜੜੋਂ ਪੱਟਣ ਦੀ ਸੋਚੇ, ਸਾਡੇ ਕੇਸਰੀ ਨਿਸ਼ਾਨ ਸੰਸਾਰ ਉੱਤੇ ਝੂਲੇ। ਪੂਰੇ ਵਰਲਡ ਤੇ ਦੁਨੀਆ ਤੇ ਜਿਹੜੇ ਸਾਡੇ ਕੇਸਰੀ ਨਿਸ਼ਾਨ ਹੈ ਉਹ ਝੂਲਦੇ ਆ। ਤੂੰ ਤਾਂ ਸਾਨੂੰ ਪੰਜਾਬ ਚੋਂ ਪੱਟਣ ਲਈ ਫਿਰਦੀ ਹੈ, ਪਰ ਅਸੀਂ ਪੂਰੇ ਵਰਲਡ ਤੇ ਇੱਕ ਗੀਤ ਜਿਹੜਾ ਤੁਸੀਂ ਕਿਹਾ ਜਸ਼ੀਲਾ ਜਿਹੜਾ ਸੰਗਤ ਬੜੇ ਲੰਬੇ ਸਮੇਂ ਤੋਂ ਇਹਨੂੰ ਹਮੇਸ਼ਾ ਹੀ ਬੜਾ ਸੰਗਤਾਂ ਨੇ ਬਾਬਾ ਕੌਮ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਉਹਨਾਂ ਦੀ ਨਿੱਘ ਵੀ ਮਾਣਨ ਦਾ ਸੁਭਾਗ ਮਿਲਿਆ ਔਰ ਸੰਗਤ ਕਰਨ ਦਾ ਵੀ ਸੁਭਾਗ ਮਿਲਿਆ। ਬਹੁਤ ਸਾਰੀਆਂ ਚਲੋ ਉਹਦੇ ਲਈ ਕੁਰਬਾਨੀਆਂ ਵੀ ਪਰਿਵਾਰ ਨੂੰ ਤਸੀਹੇ ਵੀ, ਤਕਰੀਬਨ 5-5.5 ਸਾਲ ਚਮਕੌਰ ਨੂੰ ਜੇਲ੍ਹ ਕੱਟਣੀ ਪਈ, ਬਹੁਤ ਸਾਰੀਆਂ ਕਠਿਨਾਈਆਂ ਵੀ ਆਈਆਂ ਤੇ ਉਹਨਾਂ ਦੇ ਲਈ ਸ਼ਰਧਾ ਦੇ ਫੁੱਲ ਔਰ ਉਹਨਾਂ ਦੀ ਮਹਾਨ ਜਿਹੜੀ ਕਰਨੀ ਸੀ ਉਹਦੇ ਬਾਰੇ ਉਹ ਇੱਕ ਬਹੁਤ ਅਹਿਮ ਇੱਕ ਉਹਦੇ ਵਿੱਚ ਪਹਿਰਾ ਜਿਹੜਾ ਸੁਣਨ ਵਾਲੀ ਜ਼ਰੂਰ ਜੀ ਆਪਾਂ ਸਰਵਣ ਕਰਦੇ ਹਾਂ ਸੰਤ ਭਿੰਡਰਾਂਵਾਲਿਆਂ ਬਾਰੇ ਇੱਕ ਕਵਿਤਾ। ਸੜਕਾਂ ਦੇ ਸੱਥਰ ਵਿਛਾ ਦਿੱਤੇ, ਪਾਸਿਆਂ ਤੋਂ ਗੋਲੀ ਦੇ ਵਰਾ ਦਿੱਤੇ, ਉੱਤੇ ਸੜਕਾਂ ਦੇ ਸੱਥਰ ਵਿਛਾ ਦਿੱਤੇ, ਸੋਗ ਪਿੱਟਣੇ ਫੌਜਾਂ ਦੇ ਘਰ ਪਾ ਦਿੱਤੇ। ਅੱਜ ਦੋ ਵਿਚਾਰੋ ਜਾਨ ਪਿੱਛੋਂ ਕਰਨੀ ਕੀ ਨਾਮ, ਅੱਜ ਜੋ ਵਿਚਾਰੋ ਜਾਨ ਪਿੱਛੋਂ ਕਰਨੀ ਕੀ ਨਾਮ, ਭਾਈ ਰੁਪਏ ਚਮਕੌਰ ਨਾਗ ਲੜ ਜੂ, ਭਾਈ ਰੁਪਏ ਚਮਕੌਰ ਨਾਗ ਲੜ ਜੂ, ਕਿਹੜਾ ਜੰਮ ਪਿਆ ਸੂਰਮਾ, ਕਿਹੜਾ ਜੰਮ ਪਿਆ ਸੂਰਮਾ, ਉਹ ਜਿਹੜਾ ਭਿੰਡਰਾਂਵਾਲੇ ਦੇ ਮੂਹਰੇ ਖੜ ਜੂ, ਕਿਹੜਾ ਜੰਮ ਪਿਆ ਸੂਰਮਾ, ਉਹ ਜਿਹੜਾ ਭਿੰਡਰਾਂਵਾਲੇ ਦੇ ਮੂਹਰੇ ਖੜ ਜੂ, ਕਿਹੜਾ ਜੰਮ ਪਿਆ ਸੂਰਮਾ, ਉਹ ਜਿਹੜਾ ਭਿੰਡਰਾਂਵਾਲੇ ਦੇ ਮੂਹਰੇ ਖੜ ਜੂ। ਅੱਛਾ ਜੀ, ਤੁਹਾਡੇ ਹੁਣ ਆਉਣ ਵਾਲੇ ਸੰਗਤਾਂ ਕੀ ਤੁਹਾਡੇ ਤੋਂ ਉਮੀਦ ਰੱਖਣ? ਕਿਹੜੇ ਕਿਹੜੇ ਤੁਹਾਡੇ ਪ੍ਰਸੰਗ ਜਾਂ ਆਪਾਂ ਪ੍ਰੋਜੈਕਟ ਕਹਿ ਸਕਦੇ ਅੰਗਰੇਜ਼ੀ ਚ ਤੁਹਾਡੇ ਆਉਣ ਵਾਲੇ ਨੇ? ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਰੋਲ ਇਤਿਹਾਸਕ ਕੁਝ ਜਿਹੜੀਆਂ ਪੱਕੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਹੈ ਢਾਡੀ ਰੰਗ ਦੇ ਵਿੱਚ, ਉਹ ਅਸੀਂ ਜਿਸ ਤਰ੍ਹਾਂ ਪੂਰਨ ਹੈ ਜੀ, ਜਿਸ ਤਰ੍ਹਾਂ ਮਿਰਜ਼ਾ ਹੈ ਜੀ, ਔਰ ਜਿਸ ਤਰ੍ਹਾਂ ਦੋ ਫੁੱਲਾ ਅਲੱਗ-ਅਲੱਗ ਜਿਹੜੇ ਸਾਡੇ ਪ੍ਰਵਾਨਿਤ ਰੰਗ ਨੇ, ਜਿਹੜੇ ਪ੍ਰਵਾਨਿਤ ਰੰਗ ਨੇ, ਉਹ ਇੱਕ ਸ਼ਾਹਕਾਰ ਜੀ ਨੂੰ ਕਹਿ ਸਕਦੇ ਹਾਂ ਕਿ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਪੱਕੀਆਂ, ਉਹ ਸਾਡੀ ਜ਼ਿੰਦਗੀ ਦਾ ਏਮ ਹੈ ਕਿ ਉਹ ਸਾਰੀਆਂ ਜਿਹੜੀਆਂ ਗਾ ਕੇ ਜਿਹੜੇ ਸਾਡੇ ਆਉਣ ਵਾਲੇ ਢਾਡੀ ਨੇ, ਆਉਣ ਜਿਹੜੇ ਬੱਚੇ ਸਾਡੇ ਭਵਿੱਖ ਵਿੱਚ ਉਹ ਇਸ ਕਲਾ ਨਾਲ ਜੁੜਨ
ਤੋ ਇਹਨੂੰ ਵਧੀਆ ਤਰੀਕੇ ਨਾਲ ਸੰਗਤ ਦੇ ਸਾਹਮਣੇ ਪੇਸ਼ ਕਰ ਸਕਣ। ਕੋਈ ਐਸੀ ਹੁਣ ਕਮੀ ਨਹੀਂ ਹੈ ਕਿ ਜਿਹੜੀ ਸੰਗਤ ਸੁਣਦੀ ਨਹੀਂ। ਬੜੇ ਲੋਕ ਮੰਗ ਕਰਦੇ ਆ, ਸਾਡੇ ਛੋਟੀ ਉਮਰ ਦੇ ਬੱਚੇ ਬੱਚੀਆਂ ਮੰਗ ਕਰਦੇ ਆ ਵੀ ਸਾਨੂੰ ਜੀ ਇੱਕ ਬਿੱਤ ਸੁਣਾਓ, ਸਾਨੂੰ ਜੀ ਰਸਾਲੂ ਸੁਣਾਓ, ਸਾਨੂੰ ਜੀ ਸੱਸੀ ਸੁਣਾਓ, ਸਾਨੂੰ ਜੀ ਪੂਰਨ ਸੁਣਾਓ। ਇਹ ਉਹਨਾਂ ਦੀਆਂ ਗਥਾਵਾਂ ਨਹੀਂ, ਇਹ ਜਾਣੀ ਜਿਵੇਂ ਗੋਪੀ ਚੰਦ ਹੈ, ਇਹ ਬੜੇ ਜਿਹੜੇ ਵਿਰਾਗਮਈ ਜਿਹੜੀਆਂ ਚੀਜ਼ਾਂ ਨੇ, ਅਲੱਗ-ਅਲੱਗ ਜਿਹੜੇ ਰੰਗ ਹੈ ਤੁਹਾਡੇ ਕਹਿੰਦਾ ਢਾਡੀ ਮਤਲਬ ਕਲਾ ਦੇ ਵਿੱਚ। ਤੁਹਾਡੇ ਕਹਿੰਦਾ ਮਤਲਬ ਜੀ ਜਿਹੜਾ ਢਾਡੀ ਦਾ ਜਿਹੜਾ ਪ੍ਰਾਚੀਨ ਰੰਗ ਹੈ ਜਿਹੜਾ ਢਾਡੀ ਕਲਾ ਦਾ, ਜਾਂ ਜਿਹੜਾ ਰਵਾਇਤੀ ਜਾਂ ਜਿਹਨੂੰ ਗੁਰੂ ਸਾਹਿਬ ਨੇ ਮਾਨਤਾ ਦਿੱਤੀ ਹੈ, ਬਿਲਕੁਲ ਉਹਨੂੰ ਵੀ ਉਹ ਤੇ ਕਾਇਮ ਰੱਖਣਾ ਹੀ ਰੱਖਣਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੁਝ ਲੋਕ ਆਲੋਚਨਾ ਵੀ ਕਰਦੇ ਆ, ਜਿਵੇਂ ਕੁਝ ਪਿੱਠ ਪਿੱਛੇ ਕਹਿ ਵੀ ਦਿੰਦੇ ਆ ਨਾ ਕਿ ਇਹ ਤੇ ਚਾਲੂ ਤਰਜ਼ਾਂ ਤੇ ਗਾਈ ਜਾ ਰਹੇ ਹਨ। ਹਾਂਜੀ ਹਾਂਜੀ। ਔਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ, ਉਹ ਲੋੜ ਸੀ ਸਮੇਂ ਦੀ, ਅਗਰ ਉਹ ਨਹੀਂ ਕੀਤਾ ਜਾਂਦਾ ਤੇ ਯੂਥ ਨੂੰ ਨਾਲ ਜੋੜਨਾ ਜਿਹੜਾ ਉਹ ਥੋੜਾ ਡਿਫਿਕਲਟ, ਕਿਉਂਕਿ ਜ਼ਿਆਦਾ ਬਿਲਕੁਲ ਪਿਛਲੇ 20-25 ਸਾਲ ਚ ਜਿੰਨਾ ਕਿ ਮੈਂ ਫੀਲ ਕਰਦਾ, ਜ਼ਿਆਦਾ ਜਿਹੜੀ ਨੌਜਵਾਨੀ ਉਹ ਗਾਇਕੀ ਨਾਲ ਜੁੜ ਗਈ ਸੀ। ਅਸੀਂ ਦੇਖੋ ਇੱਕ ਗੀਤ ਸੀਗਾ ਸਾਡਾ, ਚਿੱਟਾ ਲੀਡਰਾਂ ਸ਼ਰਾਬ ਸਾਦਾ ਮਾਸਤਾ ਨੇ ਪੱਟ ਸੁੱਟਿਆ ਕੌਮ ਨੂੰ ਖਾ ਕੇ, ਉਹਦੇ ਵਿੱਚ ਇੱਕ ਪੈਰਾ ਸੀਗਾ, ਸਾਈਆਂ ਦੀ ਮੈਂ ਕੰਜਰੀਆਂ ਨੱਚਦੇ ਸਟੇਜਾਂ ਉੱਤੇ ਪੈਰਾਂ ਵਿੱਚ ਘੁੰਗਰੂ ਪਾ ਕੇ। ਉਹ ਚ ਲਿਖਿਆ ਸੀ ਇਹਨਾਂ ਨੇ ਵੀ ਸਿੱਖਾਂ ਦੇ ਪੁਸਤ ਕਾਹਤੋਂ ਬਣ ਗਏ ਮਸਤ, ਕਾਹਤੋਂ ਭੁੱਲ ਗਏ ਨੇ ਕੀਤੀ ਕੁਰਬਾਨੀ ਨੂੰ, ਵੀ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਭੁੱਲ ਕੇ ਗੋਲੀਆਂ ਖਾ, ਭੰਗ ਪੀ ਕੇ, ਸੁਲਫੇ ਦੇ ਸੂਟੇ ਲਾ ਕੇ, ਕਿਹੜੀ ਗੱਲੋਂ ਰੋਲਦੇ ਜਵਾਨੀ ਨੂੰ, ਸਾਈਆਂ ਦੀ ਮੈਂ ਕੰਜਰੀਆਂ ਨੱਚਦੇ ਸਟੇਜਾਂ ਉੱਤੇ ਪੈਰਾਂ ਵਿੱਚ ਘੁੰਗਰੂ ਪਾ ਕੇ। ਉਹ ਇੱਕ ਬਹੁਤ ਵੱਡੀ ਕਟਾਸ ਸੀਗੀ। ਬਹੁਤ ਵੱਡੇ ਜਿਹੜੇ ਨਾਮਵਰ ਸਾਡੇ ਜਿਨ੍ਹਾਂ ਦਾ ਵਰਲਡ 'ਚ ਨਾਂ ਸੀਗਾ ਕਲਾਕਾਰਾਂ ਨੇ ਉਹ ਗੀਤ ਗਾਏ ਆ, ਪਰ ਫਿਰ ਉਹਨਾਂ ਨੇ ਸਾਨੂੰ ਫੋਨ ਵੀ ਕੀਤੇ, ਇਹ ਤੁਸੀਂ ਸਾਨੂੰ ਲਿਖਿਆ। ਅਸੀਂ ਆਖਿਆ ਵੀ ਜਿਹੜਾ ਗਾਉਂਦਾ ਉਹਨੂੰ ਇਹ ਬਾਈ ਨੇਮ, ਕਿਉਂਕਿ ਕਵਿਤਾ ਸਮੁੱਚੀ ਕੌਮ ਲਈ ਹੁੰਦੀ ਹੈ ਤੇ ਉਹਦੇ ਵਿੱਚ ਜਦੋਂ ਆਪਾਂ ਉਹ ਤੇ ਕਰਦੇ ਆ ਤੇ ਉਹਦਾ ਰਿਜ਼ਲਟ ਉਦੋਂ ਬਾਅਦ ਉਹ ਬਹੁਤ ਘੱਟ ਤੁਸੀਂ ਦੇਖੋਗੇ ਜਿਹੜੇ ਸਾਡੇ, ਨਹੀਂ ਤਾਂ ਹਰੇਕ ਹੀ ਜਿੱਥੇ ਮਰਜ਼ੀ ਵਿਆਹ ਸ਼ਾਦੀ 'ਚ ਉੱਥੇ ਸਾਡੇ ਬੱਚੇ ਇਸ ਪਾਸੇ ਨੂੰ ਤੁਰ ਪਏ ਸੀ। ਵੈਸੇ ਤੇ ਜਥੇਦਾਰ ਜੀ ਮੈਂ ਮੰਨਦਾ ਕਿ ਹਰੇਕ ਗਾਇਕ ਦਾ ਇਹ ਫਰਜ਼ ਹੁੰਦਾ ਹੈ ਕਿ ਉਹਦੇ ਗੀਤ ਤੋਂ ਸਮਾਜ ਨੂੰ ਸੇਧ ਮਿਲੇ, ਲੇਕਿਨ ਇੱਕ ਢਾਡੀ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਜਿਹੜਾ ਪੱਗ ਨਾਲ ਸਿੱਖ ਸਰਦਾਰ ਲੱਗਦਾ ਗੀਤ ਹੈ, ਉਹਦੇ ਤੇ 6500 ਤੇ 70 ਜਿਹੜੇ ਸਾਡੇ ਕੋਲੇ ਰਿਕਾਰਡ ਹੈ, ਜਿਹੜੇ ਲੋਕਾਂ ਨੇ ਸਾਨੂੰ ਫੋਨ ਕੀਤੇ, ਜਿਹੜੇ ਕਲੀਨ ਸ਼ੇਪ ਜਿਹੜੇ ਬੱਚੇ ਉਹ ਪੱਗ ਬੰਨਣ ਲੱਗੇ, ਦਾੜੀ ਕੇਸ ਰੱਖੇ, ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਜੀ ਕਿ ਬਹੁਤ ਸਾਰੇ ਜਿਹੜੇ ਨਵੀਂ ਪੀੜ੍ਹੀ ਦੇ, ਤਕਰੀਬਨ ਜਿਹੜੀ ਸਾਡੀ ਹੁਣ ਨਵੀਂ ਜਨਰੇਸ਼ਨ ਆ 16 ਤੋਂ 18 ਸਾਲ ਦੀ, ਉਹ ਮੈਕਸਿਮਮ ਪੱਗਾਂ ਬੰਨ੍ਹਦੇ ਨੇ। ਬਿਲਕੁਲ ਬਹੁਤ ਇੱਕ ਆਇਆ ਤੁਹਾਡੇ ਉਪਰਾਲਿਆਂ ਦਾ ਹੀ ਆਪਾਂ ਨਤੀਜਾ ਕਹਿ ਸਕਦੇ ਹਾਂ। ਬਿਲਕੁਲ ਸਾਰੇ ਹੁਣ ਦੇਖੋ ਸਾਰੇ ਢਾਡੀ ਸਿੰਘਾਂ ਨੇ ਗਾਇਆ, ਸਾਰੇ ਕਲਾਕਾਰਾਂ ਨੇ ਫੋਕਸ ਪੱਗ ਤੇ ਕਰ ਲਿਆ। ਇੱਕ ਬਹੁਤ ਵੱਡਾ ਅਹਿਮ ਜਿਹੜਾ ਉਹ ਮੁੱਦਾ ਬਣਿਆ। ਸਿੱਖ ਜਿਹੜੀ ਨੌਜਵਾਨੀ ਆ ਉਹਨੂੰ ਫੀਲ ਹੋਇਆ ਕਿ ਸਾਨੂੰ ਪੱਗ ਬੰਨਣੀ ਚਾਹੀਦੀ। ਬਿਲਕੁਲ ਜੀ। ਸੋ ਪਿਆਰਿਓ, ਇਹ ਸਨ ਸਾਡੇ ਨਾਲ ਗਿਆਨੀ ਬਲਜਿੰਦਰ ਸਿੰਘ ਜੀ ਬਗੀਚਾ, ਪੰਥ ਦੇ ਪ੍ਰਸਿੱਧ ਢਾਡੀ, ਜਿਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਔਰ ਆਪਣੇ ਤਜਰਬੇ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕੀਤੇ। ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਐਪੀਸੋਡ ਤੁਹਾਨੂੰ ਬੇਹੱਦ ਪਸੰਦ ਆਇਆ ਹੋਵੇਗਾ। ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਪੰਥ ਦੀ ਮਹਾਨ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਂਗੇ ਔਰ ਫਿਰ ਟਾਈਮ ਮਿਲਿਆ ਤੇ ਫਿਰ ਇਹਨਾਂ ਦੇ ਵੱਡਮੁੱਲੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ। ਸੋ ਜਥੇਦਾਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ, ਹੀਰੇ ਕੌਮ ਦੇ ਸਾਰੀ ਟੀਮ ਦਾ ਔਰ ਸਾਰੇ ਮੇਰੇ ਵੀਰ ਦਿਲਬਾਗ ਸਿੰਘ ਜੀ ਔਰ ਦਿਲਬਾਗ ਸਿੰਘ ਜੀ ਜੌਲ ਸਾਹਿਬ, ਦਇਆਵੰਤੀ ਫੀਲਿੰਗ ਸਟੇਸ਼ਨ ਵਾਲੇ, ਜਿਨ੍ਹਾਂ ਦਾ ਆਪ ਜੀ ਦੇ ਨਾਲ ਬੜਾ ਪਿਆਰ ਹੈ ਔਰ ਜਿਨ੍ਹਾਂ ਨੇ ਸਾਨੂੰ ਵੀ ਬੜਾ ਹਮੇਸ਼ਾ ਪਿਆਰ ਬਖਸ਼ਿਆ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੁਹਾਡੀ ਸਾਰੀ ਟੀਮ ਦਾ, ਵੀਰ ਦਿਲਬਾਗ ਸਿੰਘ ਹੋਰਾਂ ਦਾ, ਆਪ ਜੀ ਦਾ, ਸਾਰੀ ਟੀਮ ਦਾ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ। ਸਾਨੂੰ ਨਿਮਾਣਿਆਂ ਨੂੰ ਤੁਸੀਂ ਮਾਣ ਬਖਸ਼ਿਆ ਜੀ। ਜੀ ਆਇਆਂ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।